वाहेगुरु जी की फतेह। बसंत की वार महल पंजवा, एक ओंकार सतगुर प्रसाद। हर का नाम ते आई के हो हरिया पाई, करम लिखन ते पाइए एह रुत सुहाई। वंत्रयंत्र पवन मोल्या अमृत फल पाई, मिल साधु सुख उपजै लखी सब छाई। नानक सिमरे एक नाम, फिर बहुड़ न ताई। हर हर नाम जपन त्या कछ न कहे जमकाल, नानक मन तन सुखी होए अंते मिले गोपाल। पंजे पते महाबली कर सच्चा डोआ, अपने चरण जपाइए बिच दे खड़ोआ। रोग सोग सब मिट गए नित नवा निरोआ, दिन रैन नाम ते आएंदा फिर पाए न मोआ। जिसते उपजया नानका सोई फिर होआ। काम क्रोध और लोभ मोह बिन जाए में, नानक प्रभ शरणागति कर प्रसाद गुर देव। वाहिगुरु। संगत जी, आज ਅਸੀਂ ਸ਼ਬਦ ਲਿੱਤਾ ਹੈ ਵਡਹੰਸ ਮਹੱਲਾ ਤੀਜਾ, ਆਪਣੇ ਗੁਰ ਕੀ ਮਨ ਲੈ ਰਜਾਏ, ਇਹ ਮਨ ਨਾਮ ਨਿਧਾਨ ਤੂੰ ਪਾਏ। ਸਾਨੂੰ ਗੁਰੂ ਗ੍ਰੰਥ ਸਾਹਿਬ ਚ ਬਾਬਾ ਜੀ ਨੇ ਹਰ ਪੰਕਤੀ ਤੇ ਸਾਨੂੰ ਮਨੁੱਖ ਨੂੰ ਅਗਾਹ ਕੀਤਾ ਹੈ ਕਿ ਇਹ ਮਨੁੱਖ ਵਾਹਿਗੁਰੂ ਦਾ ਨਾਮ ਜਪ ਲੈ, ਆਪਣੇ ਗੁਰ ਕੀ ਮਨ ਲੈ ਰਜਾਏ। ਤੂੰ ਆਪਣੇ ਗੁਰੂ ਦੇ ਹੁਕਮ ਨੂੰ ਮੰਨ, ਇਹ ਮਨ ਨਾਮ ਨਿਧਾਨ ਤੂੰ ਪਾਏ। ਇਹ ਜਿਹੜਾ ਵਾਹਿਗੁਰੂ ਦਾ ਨਾਮ ਹੈ, ਇਹ ਮਨ ਨਾਮ ਨਿਧਾਨ, ਨਿਧਾਨ ਖਜ਼ਾਨਾ, ਇਹ ਜਿਹੜੇ ਨਾਮ ਦਾ ਖਜ਼ਾਨਾ ਹੈ, ਵਾਹਿਗੁਰੂ ਦੇ ਨਾਮ ਦਾ ਜੋ ਖਜ਼ਾਨਾ ਹੈ, हे ਮੇਰੇ ਮਨ ਤੂੰ ਇਹ ਵਾਹਿਗੁਰੂ ਦਾ ਨਾਮ ਜਪ ਕੇ, ਵਾਹਿਗੁਰੂ ਦਾ ਸ਼ਬਦ ਜਪ ਕੇ ਤੂੰ ਇਹ ਖਜ਼ਾਨਾ ਤੂੰ ਪ੍ਰਾਪਤ ਕਰ ਵਾਹਿਗੁਰੂ ਕੋਲੋਂ। ਅਸੀਂ ਵੀ ਤੇ ਸੰਗਤ ਜੀ ਇਹ ਅਰਦਾਸ ਕਰਦੇ ਹਾਂ ਕਿ ਬਾਬਾ ਜੀ ਸਾਨੂੰ ਨਾਮ ਦੀ ਦਾਤ ਬਖਸ਼ੋ, ਅਸੀਂ ਤੁਹਾਡੇ ਚਰਨੀ ਲੱਗ ਸਕੀਏ, ਅਸੀਂ ਤੁਹਾਡਾ ਨਾਮ ਸਿਮਰਨ ਕਰ ਸਕੀਏ। ਅਸੀਂ ਵੀ ਇਹੀ ਅਰਦਾਸ ਕਰਦੇ ਹਾਂ। ਪੂਰੇ ਗੁਰ ਤੇ ਨਾਮ ਪਾਇਆ ਜਾਏ। ਹੁਣ ਇਹ ਨਾਮ ਕਿੱਦਾਂ ਪਾਇਆ ਜਾਏਗਾ ਸੰਗਤ ਜੀ? ਪੂਰੇ ਗੁਰ ਤੇ। ਇੱਕ ਗੁਰੂ ਹੀ ਹੁੰਦਾ ਹੈ ਜੋ ਗੁਰੂ ਪੂਰਾ ਹੁੰਦਾ ਹੈ, ਔਰ ਸਾਡਾ ਗੁਰੂ ਪੂਰਾ ਹੈ। ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਸਾਡੇ ਗੁਰੂ ਨੇ, ਸਾਡਾ ਗੁਰੂ ਪੂਰਾ ਹੈ। ਪੂਰੇ ਗੁਰ ਤੇ ਨਾਮ ਪਾਇਆ ਜਾਏ, ਇਹ ਵਾਹਿਗੁਰੂ ਦੇ ਨਾਮ, ਇਹ ਪੂਰੇ ਗੁਰੂ ਦੀ ਚਰਨੀ ਲੱਗ, ਉਹਦਾ ਹੁਕਮ ਮੰਨ ਤੇ ਉਹਦੇ ਤੋਂ ਵਾਹਿਗੁਰੂ ਦੇ ਨਾਮ ਦੀ ਪ੍ਰਾਪਤੀ ਕਰ, ਉਸ ਤੋਂ ਹੀ ਨਾਮ ਤੈਨੂੰ ਮਿਲੇਗਾ। ਔਰ ਗੁਰੂ ਫਿਰ ਕਿੱਥੇ ਮਿਲੇਗਾ? ਕਿਉਂਕਿ ਅਸੀਂ ਤੇ ਕੁਛ ਵੀ ਹਰ ਇੱਕ ਗੱਲ ਚ ਕਿਉਂ, ਕਿੱਦਾਂ, ਕਿੱਥੇ, ਕਿਸ ਤਰ੍ਹਾਂ ਸਾਡੇ ਅਸੀਂ ਜਦੋਂ ਕਿਸੇ ਨੂੰ ਅਸੀਂ ਗੁਰੂ ਧਾਰਨ ਕਰਦੇ ਹਾਂ, ਫਿਰ ਕਿਉਂ, ਕਿੱਥੇ, ਕਿਸ ਤਰ੍ਹਾਂ, ਇਹ ਫਿਰ ਸਾਡਾ ਪੁੱਛਣਾ ਮੰਨਣਾ, ਇਹ ਸਾਡਾ ਪੁੱਛਣਾ, ਇਹ ਸਾਡੇ ਸ਼ੰਕੇ ਕਰਨੇ, ਇਹ ਸਾਡਾ ਬਣਦਾ ਨਹੀਂ ਹੈ। ਇਹ ਜੋ ਸਾਡੇ ਗੁਰੂ ਨੇ ਹੁਕਮ ਕੀਤਾ ਹੈ ਸਾਨੂੰ ਉਹ ਮੰਨਣਾ ਹੈ। ਤੇ ਗੁਰੂ ਕਿੱਥੇ ਮਿਲੇਗਾ? ਸੱਚਾ ਸ਼ਬਦ। ਗੁਰੂ ਕੌਣ ਹੈ ਸਾਡਾ? ਸਾਡੇ ਗੁਰੂ ਗ੍ਰੰਥ ਸਾਹਿਬ ਜੀ, ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਕੌਣ ਨੇ? ਉਹ ਸੱਚ ਨੇ।
ਔਰ ਸੱਚ ਕੀ ਹੁੰਦਾ ਹੈ ਸੰਗਤ ਜੀ? ਸੱਚ ਜਿਹੜਾ ਹਮੇਸ਼ਾ ਕਾਇਮ ਰਹਿੰਦਾ ਹੈ, ਜਿਹੜਾ ਪਹਿਲਾਂ ਵੀ ਸੀ, ਹੁਣ ਵੀ ਹੈ ਔਰ ਰਹੇਗਾ। ਦੁਨੀਆ ਦਾ ਅੰਤ ਹੋ ਜਾਏ ਪਰ ਉਹ ਵਾਹਿਗੁਰੂ, ਉਹ ਗੁਰੂ ਰਹੇਗਾ, ਕਿਉਂਕਿ ਸਾਡਾ ਗੁਰੂ ਕੌਣ ਹੈ? ਇੱਕ ਅਕਾਲ ਪੁਰਖ, ਉਹ ਸਾਡਾ ਗੁਰੂ ਹੈ। ਤੇ ਉਸ ਗੁਰੂ ਔਰ ਸਾਡੇ ਗੁਰੂਆਂ ਨੇ, ਜਦੋਂ ਗੁਰੂ ਨਾਨਕ ਦੇਵ ਜੀ ਪਾਤਸ਼ਾਹ ਜਦੋਂ ਮਰਦਾਨਾ ਜੀ ਨੂੰ ਕਹਿੰਦੇ ਸੀ, ਕਹਿੰਦੇ ਰਬਾਬ ਛੇੜੋ ਬਾਣੀ ਆਈ ਹੈ। ਤੇ ਸਾਡੇ ਗੁਰੂਆਂ ਦੀ ਬਾਣੀ, ਬਾਣੀ ਗੁਰੂ ਹੈ ਬਾਣੀ, ਤੇ ਜੋ ਸ਼ਬਦ ਹੈ ਉਹ ਵਾਹਿਗੁਰੂ ਦਾ ਸ਼ਬਦ ਹੈ, ਉਹ ਸੱਚ ਦਾ ਸ਼ਬਦ ਹੈ। ਸੱਚਾ ਸ਼ਬਦ ਸੱਚ ਸਮਾਏ। ਤੂੰ ਉਹ ਸੱਚੇ ਗੁਰੂ ਦੀ ਬਾਣੀ ਨੂੰ ਤੂੰ ਸਿਮਰ, ਔਰ ਉਹ ਕਿੱਥੇ? ਉਹਦੇ ਵਿੱਚ ਫਿਰ ਤੂੰ ਸਮਾ ਜਾ, ਕਿਉਂਕਿ ਸੱਚ ਗੁਰੂ ਹੀ, ਬਾਣੀ ਗੁਰੂ ਹੈ ਬਾਣੀ, ਗੁਰੂ ਹੀ ਸਾਡੀ ਬਾਣੀ ਹੈ ਔਰ ਬਾਣੀ ਹੀ ਸਾਡੀ ਗੁਰੂ ਹੈ। ਗੁਰੂਆਂ ਨੇ ਸਾਨੂੰ ਬਾਣੀ ਦਿੱਤੀ ਹੈ ਔਰ ਬਾਣੀ ਸਾਨੂੰ ਸਮਝਾਉਂਦੀ ਹੈ, ਸਾਨੂੰ ਉਪਦੇਸ਼ ਦਿੰਦੀ ਹੈ। ਤੇ ਸਾਨੂੰ ਬਾਬਾ ਜੀ ਨੇ ਹੁਕਮ ਕੀਤਾ ਹੈ ਕਿ ਤੂੰ ਆਪਣੇ ਗੁਰੂ ਦੀ, ਹੈ ਮਨੁੱਖ, ਤੂੰ ਆਪਣੇ ਗੁਰੂ ਦੀ ਮੰਨ, ਤੂੰ ਆਪਣੇ ਗੁਰੂ ਦਾ ਹੁਕਮ ਮੰਨ, ਔਰ ਫਿਰ ਵਾਹਿਗੁਰੂ ਦਾ ਨਾਮ ਸਿਮਰਨ ਕਰ, ਵਾਹਿਗੁਰੂ ਦਾ ਨਾਮ ਸਿਮਰ, ਉਹਦੇ ਸ਼ਬਦ 'ਚ ਤੂੰ ਆਪਣੀ ਸੁਰਤ ਜੋੜ। ਜਦੋਂ ਸੁਰਤ ਔਰ ਸ਼ਬਦ ਦਾ ਮੇਲ ਹੁੰਦਾ ਹੈ, ਫਿਰ ਕੀ ਹੁੰਦਾ ਹੈ? ਫਿਰ ਪ੍ਰਭੂ ਪ੍ਰਾਪਤੀ ਹੁੰਦੀ ਹੈ। ਔਰ ਫਿਰ ਕੀ? ਸੱਚਾ ਸ਼ਬਦ ਸੱਚ ਸਮਾਏ। ਤੂੰ ਸੱਚੇ ਦੇ ਸ਼ਬਦ ਨੂੰ ਤੂੰ ਸਿਮਰ ਕੇ ਔਰ ਤੂੰ ਫਿਰ ਸੱਚ ਪਾ ਲੈ, ਤੂੰ ਪ੍ਰਭੂ ਨੂੰ ਪਾ ਲੈ, ਉਹਦੇ 'ਚ ਸਮਾ ਜਾ। ਗੁਰ ਕੇ ਸ਼ਬਦ ਵਿੱਚੋਂ ਮੈਲ ਗਵਾਏ। ਫਿਰ ਅਸੀਂ ਕਹਿੰਦੇ ਆ ਉਹਦੇ ਨਾਲ ਕੀ ਹੋਏਗਾ? ਅਸੀਂ ਵਾਹਿਗੁਰੂ ਦਾ ਨਾਮ ਸਿਮਰਾਂਗੇ ਤੇ ਸਾਡੇ ਵਰਗੇ ਮੂਰਖ ਪੁੱਛਦੇ ਨੇ ਨਾ, ਫਿਰ ਕੀ ਹੋਏਗਾ? ਹੈ ਤੇ ਗੁਰ ਕੇ ਸ਼ਬਦ ਵਿੱਚੋਂ ਮੈਲ ਗਵਾਏ। ਜਦੋਂ ਅਸੀਂ ਗੁਰੂ ਦਾ ਸ਼ਬਦ ਪੜਾਂਗੇ, ਬਾਣੀ ਨਾਲ ਜੁੜਾਂਗੇ, ਤੇ ਫਿਰ ਕੀ ਹੋਏਗਾ? ਸਾਡੇ ਅੰਦਰੋਂ, ਸਾਡੇ ਜੋ ਜਨਮਾਂ ਜਨਮ ਦੀਆਂ ਮੈਲ ਇਸ ਮਨ ਤੇ ਲੱਗੀ ਹੋਈ ਹੈ, ਉਹ ਫਿਰ ਮੈਲ ਉਤਰੇਗੀ। ਨਿਰਮਲ ਨਾਮ ਵਸੈ ਮਨ ਆਏ। ਔਰ ਫਿਰ ਵਾਹਿਗੁਰੂ ਦਾ ਜੋ ਨਿਰਮਲ ਨਾਮ ਹੈ ਉਹ ਫਿਰ ਸਾਡੇ ਹਿਰਦੇ ਵਿੱਚ ਵਸੇਗਾ। ਜਦੋਂ, ਕਿਉਂਕਿ ਇੱਕ ਚੀਜ਼ ਨਿਕਲੇਗੀ ਤੇ ਇੱਕ ਚੀਜ਼ ਜਾਏਗੀ। ਅਗਰ ਸਾਡੇ ਅੰਦਰ ਵਿਕਾਰ ਵੀ ਰਹਿਣ ਤੇ ਵਾਹਿਗੁਰੂ ਫਿਰ ਕਿੱਦਾਂ ਸਾਡੇ ਅੰਦਰ ਆ ਸਕਦੇ ਨੇ? ਜਦੋਂ ਵਿਕਾਰ ਜਾਣਗੇ, ਵਾਹਿਗੁਰੂ ਦਾ ਨਾਮ ਸਿਮਰਾਂਗੇ, ਜਿਸ ਤਰ੍ਹਾਂ ਮੈਲ ਉਤਰੇਗੀ, ਉਸ ਤਰ੍ਹਾਂ ਵਾਹਿਗੁਰੂ ਦਾ ਨਾਮ ਸਾਡੇ ਅੰਦਰ ਵਸੇਗਾ। ਤੇ ਭਰਮੇ ਭੂਲਾ ਫਿਰੇ ਸੰਸਾਰ। ਜਦੋਂ ਅਸੀਂ ਇਸ ਸੰਸਾਰ ਤੇ ਆਨੇ ਆ ਨਾ, ਤੇ ਚੱਕਾ ਚੌਂਦ ਦੇਖ ਕੇ, ਮਾਇਆ ਦੇਖ ਕੇ ਅਸੀਂ ਵਾਹਿਗੁਰੂ ਦਾ ਨਾਮ ਭੁੱਲ ਕੇ ਤੇ ਅਸੀਂ ਹੋਰ ਕੰਮਾਂ ਦੇ ਵਿੱਚ ਫਸ ਜਾਂਦੇ ਆ। ਠੀਕ ਹੈ, ਅਸੀਂ ਬਾਅਦ ਚੋਂ ਬਾਬਾ ਜੀ ਦਾ ਨਾਮ ਲੈ ਲਾਂਗੇ, ਅਸੀਂ ਬਾਅਦ ਚੋਂ ਪਾਠ ਕਰ ਲਾਂਗੇ, ਹਾਲੀ ਅਸੀਂ ਨਾ ਸਾਡਾ ਸੀਰੀਅਲ ਚੱਲ ਰਿਹਾ, ਇਹ ਦੇਖ ਲਈਏ। ਸੰਗਤ ਜੀ, ਇੱਕ ਆਂਟੀ ਨੇ, ਕਾਫੀ ਵੱਡੇ ਨੇ, ਕਹਿਣਾ ਤੇ ਨਹੀਂ ਚਾਹੀਦਾ, ਫਿਰ ਨਿੰਦਾ ਹੋ ਜਾਂਦੀ ਹੈ। ਉਹਨਾਂ ਨੂੰ ਜਦੋਂ ਮੈਂ ਕਹਿੰਦੀ ਆ ਨਾ, ਅਸੀਂ ਸੰਗਤ ਕਰਦੇ ਆ, ਤੁਸੀਂ ਸਾਡੇ ਨਾਲ ਆਇਆ ਕਰੋ, ਤੇ ਉਹ ਕੀ ਕਹਿੰਦੇ, ਬਈ ਮੇਰਾ ਤੇ 7 ਵਜੇ ਨਾ ਸੀਰੀਅਲ ਦਾ ਟਾਈਮ ਹੁੰਦਾ ਹੈ, ਉਸ ਤੋਂ ਬਾਅਦ ਮੈਂ ਹੋਏਗਾ ਤੇ ਮੈਂ। ਤੇ ਸੰਗਤ ਜੀ, ਇਹ ਹੈ, ਇਹ ਵਿਕਾਰ, ਉਹ ਇੰਨੇ ਦਿਲਚਸਪੀ ਸਾਡਾ ਮਨ ਲੁਭਾਉਂਦੇ ਨੇ ਇਹ ਚੀਜ਼ਾਂ, ਕਿ ਇਹ ਸਾਨੂੰ ਚੀਜ਼ਾਂ ਜਦੋਂ ਲੁਭਾਉਂਦੀਆਂ ਨੇ, ਸਾਨੂੰ ਪਰਮਾਤਮਾ ਤੋਂ ਦੂਰ ਕਰ ਕਿਉਂ ਸਵਾਦ ਲੱਗਦਾ, ਕਿਉਂਕਿ ਉਹਦੇ ਚ ਇੰਨੇ ਮਿਰਚ ਮਸਾਲੇ ਪਾਏ ਹੁੰਦੇ ਨੇ, ਚਾਹੇ ਗੰਦੇ ਮਿਰਚ ਮਸਾਲੇ ਪਾਏ ਹੋਣ। ਅਸੀਂ ਘਰ ਅੱਛੀ ਚੀਜ਼ ਤਿਆਰ ਕਰਾਂਗੇ, ਪਰ ਉਹ ਸਵਾਦ ਨਹੀਂ ਆਏਗਾ ਜਿਹੜਾ ਬਾਜ਼ਾਰ ਦਾ ਸਵਾਦ ਹੁੰਦਾ, ਕਿਉਂਕਿ ਉਹਨਾਂ ਨੇ ਗੰਦਾ ਤੇਲ, ਗੰਦੇ ਮਸਾਲੇ, ਹੱਥ ਧੋਤੇ ਨਹੀਂ ਧੋਤੇ, ਉਹ ਉਸ ਤਰ੍ਹਾਂ ਬਣਾਉਂਦੇ ਨੇ। ਪਰ ਉਹ ਜ਼ੁਬਾਨ ਦੇ ਸਵਾਦ ਹੁੰਦੇ ਨੇ ਨਾ, ਇਹ ਮਨ ਦੇ ਸਵਾਦ ਨੇ। ਇਹ ਜਿਹੜੇ ਵਿਕਾਰ ਸਾਨੂੰ ਇੱਧਰ ਉੱਧਰ ਆਕਰਸ਼ਿਤ ਕਰਦੇ ਨੇ, ਇਹ ਸਾਡੇ ਮਨ ਦੇ ਸਵਾਦ ਨੇ। ਤੇ ਇਹਦੇ ਵਿੱਚ ਭਰਮੇ ਭੂਲਾ ਫਿਰੇ ਸੰਸਾਰ। ਹੈ ਮਨੁੱਖ, ਤੂੰ ਇਸ ਸੰਸਾਰ ਦੇ ਭਰਮਾਂ ਚ ਨਾ ਵਾਹਿਗੁਰੂ ਨੂੰ ਭੁੱਲਿਆ ਹੋਇਆ, ਔਰ ਤੂੰ ਪੁੱਠੇ ਰਸਤਿਆਂ ਤੇ ਜਾ ਰਿਹਾ। ਸੰਗਤ ਜੀ, ਜਦੋਂ ਅਸੀਂ ਪਾਠ ਕਰਦੇ ਹਾਂ, ਜਦੋਂ ਅਸੀਂ ਰੋਜ਼ ਸੰਗਤ ਕਰਦੇ ਹਾਂ ਨਾ, ਤੇ ਅਸੀਂ ਅੱਛੀਆਂ ਗੱਲਾਂ ਜਦੋਂ ਰੋਜ਼ ਸੁਣਦੇ ਹਾਂ, ਕਿਉਂਕਿ ਜਿਸ ਤਰ੍ਹਾਂ ਦੀ ਸੰਗਤ ਹੁੰਦੀ ਹੈ, ਉਦਾਂ ਦੀ ਰੰਗਤ ਹੁੰਦੀ ਹੈ। ਅਸੀਂ ਜਦੋਂ ਅੱਛੇ ਲੋਕਾਂ ਨਾਲ ਬੈਠਦੇ ਹਾਂ, ਅਸੀਂ ਸਤਸੰਗ ਕਰਦੇ ਹਾਂ, ਤੇ ਰੋਜ਼ ਸਾਡੇ ਮਨ 'ਚ ਇੱਕ ਨਾ ਇੱਕ ਗੱਲ ਅੱਛੀ ਵਸਦੀ ਹੈ। ਚਾਹੇ ਅਸੀਂ ਨਾ ਮੰਨੀਏ,
ਪਰ ਉਹ ਕਿਤੇ ਨਾ ਕਿਤੇ ਸਾਡੇ ਸਬਕੌਂਸ਼ੀਅਸ ਮਾਈਂਡ ਵਿੱਚ ਉਹ ਰਹਿੰਦਾ, ਕਿਉਂਕਿ ਜਦੋਂ ਅਸੀਂ ਕਦੀ ਕੁਝ ਪੁੱਠਾ ਕੰਮ ਕਰਨ ਦੀ ਸੋਚਦੇ ਆ ਨਾ, ਤੇ ਕਹਿੰਦੇ ਨਹੀਂ ਨਹੀਂ ਬਾਬਾ ਜੀ ਨਾ ਸਾਨੂੰ ਦੇਖ ਰਹੇ ਨੇ, ਅਸੀਂ ਦਰਗਾਹ 'ਚ ਕੀ ਮੂੰਹ ਲੈ ਕੇ ਜਾਵਾਂਗੇ, ਅਸੀਂ ਉੱਥੇ ਸ਼ਰਮਿੰਦੇ ਹੋਵਾਂਗੇ, ਸਾਨੂੰ ਤੇ ਮਨਾ ਕੀਤਾ ਸੀ ਇਹ ਕੰਮ ਕਰਨ ਨੂੰ, ਅਸੀਂ ਫੇਰ ਕਰਦੇ ਆ। ਤੇ ਇਹ ਸਾਡੇ ਸਬਕੌਂਸ਼ੀਅਸ ਮਾਈਂਡ 'ਚ ਕਿਤੇ ਨਾ ਕਿਤੇ ਇਹ ਸਾਡੇ ਬੈਠਦਾ ਹੈ। ਤਾਂ ਹੀ ਅਸੀਂ ਕਹਿੰਦੇ ਆ ਘਰ 'ਚ ਹਮੇਸ਼ਾ ਪਿੰਦਰਪਾਲ ਜੀ ਕਹਿੰਦੇ ਨੇ, ਘਰ 'ਚ ਕੋਈ ਸੁਣੇ ਚਾਹੇ ਨਾ ਸੁਣੇ, ਤੁਸੀਂ ਇੱਕ ਪਾਠ ਜਾਂ ਸਿਮਰਨ ਕੁਛ ਵੀ ਰਾਤ ਦਿਨ 24 ਘੰਟੇ ਨਾ ਤੁਸੀਂ ਆਪਣੇ ਘਰ 'ਚ ਲਗਾ ਕੇ ਰੱਖੋ, ਕਿਉਂਕਿ ਉਹ ਸਬਕੌਂਸ਼ੀਅਸਲੀ ਤੁਹਾਡੇ ਮਨ ਦੇ ਵਿੱਚ ਉਹ ਘਰ ਕਰਦਾ ਰਹਿੰਦਾ ਹੈ। ਔਰ ਜਦੋਂ ਘਰ ਕਰਦੀਆਂ ਇਹ ਚੀਜ਼ਾਂ ਨਾ, ਇਹ ਫਿਰ ਕਿਤੇ ਨਾ ਕਿਤੇ ਇਹ ਫਲ ਜ਼ਰੂਰ ਦਿੰਦੀਆਂ ਨੇ। ਤੇ ਭਰਮੇ ਭੂਲਾ ਫਿਰੇ ਸੰਸਾਰ, ਇਹ ਜਿਹੜਾ ਮਨੁੱਖ ਹੈਗਾ ਨਾ, ਇਹ ਭਰਮਾਂ 'ਚ ਫਸ ਕੇ ਤੇ ਪੁੱਠੇ ਕੰਮ ਕਰਦਾ ਹੈ, ਰੱਬ ਨੂੰ ਭੁੱਲ ਜਾਂਦਾ ਹੈ। ਔਰ ਫਿਰ ਜਦੋਂ ਰੱਬ ਨੂੰ ਭੁੱਲ ਜਾਂਦਾ ਤੇ ਫਿਰ ਕੀ ਹੁੰਦਾ ਹੈ, ਮਰ ਜਨਮੈ ਜਮ ਕਰੇ ਖੁਆਰ। ਫਿਰ ਜਨਮ ਮਰਨ ਦੇ ਗੇੜ ਤੋਂ ਉਹ ਉਹਦੇ ਵਿੱਚ ਹੀ ਫਸਿਆ ਰਹਿੰਦਾ ਹੈ, ਕਿਉਂਕਿ ਸਾਡਾ ਪਾਰ ਉਤਾਰਾ ਤੇ ਨਾਮ ਨੇ ਹੀ ਕਰਨਾ ਹੈ। ਬਾਣੀ ਤੇ ਸਪਸ਼ਟ ਕਹਿੰਦੀ ਹੈ ਕਿ ਜਿੱਥੇ ਤੇਰਾ ਕੋਈ ਸਹਾਈ ਨਹੀਂ ਹੋਏਗਾ, ਜਿੱਥੇ ਤੇਰੇ ਨਾਲ ਕਿਸੇ ਨੇ ਨਹੀਂ ਜਾਣਾ, ਉੱਥੇ ਵਾਹਿਗੁਰੂ ਨੇ ਤੇਰਾ ਸਾਥ ਦੇਣਾ। ਔਰ ਜੋ ਕੰਮ ਤੂੰ ਕਰਨ ਆਇਆ ਸੀ, ਤੈਨੂੰ ਮਨੁੱਖਤਾ ਦਾ ਜੀਵਨ ਜਿਸ ਕੰਮ ਵਾਸਤੇ ਵਾਹਿਗੁਰੂ ਨੇ ਦਿੱਤਾ ਸੀ, ਉਹ ਤੂੰ ਕਰੇਗਾ ਤੇ ਤਾਂ ਹੀ ਤੂੰ ਦਰਗਾਹ 'ਚ ਮੂੰਹ ਦਿਖਾਉਣ ਦੇ ਕਾਬਿਲ ਰਹੇਗਾ। ਤੇ ਫਿਰ ਅਗਰ ਅਸੀਂ ਨਹੀਂ ਕਰਾਂਗੇ ਤੇ ਫਿਰ ਅਸੀਂ ਉਹੀ ਗੇੜੇ 'ਚ ਹੀ ਫਸਦੇ ਰਹਾਂਗੇ। ਔਰ ਜਮ ਕਰੇ ਖੁਆਰ, ਔਰ ਫਿਰ ਸਾਨੂੰ ਉੱਥੇ ਪ੍ਰਮਾਤਮਾ ਦੇ ਘਰ ਸਾਨੂੰ ਸ਼ਰਮਿੰਦਗੀ ਵੀ ਚੁੱਕਣੀ ਪਏਗੀ, ਜਮਾਂ ਦੀ ਸਾਨੂੰ ਡਾਂਟ ਵੀ ਪਏਗੀ, ਮਾਰ ਵੀ ਪਏਗੀ ਕਿ ਤੈਨੂੰ ਕਿਹੜੇ ਕੰਮ ਬੋਲਿਆ ਸੀ, ਤੂੰ ਕੀ ਕੀਤਾ। ਨਾਨਕ ਸੇ ਵਡਭਾਗੀ ਜਿਨ ਹਰ ਨਾਮ ਧਿਆਇਆ, ਉਹ ਬੜੇ ਵਡਭਾਗੀ ਹੁੰਦੇ ਨੇ ਜਿਹੜੇ ਵਾਹਿਗੁਰੂ ਦਾ ਨਾਮ ਧਿਆਉਂਦੇ ਨੇ। ਸੰਗਤ ਜੀ, ਅਸੀਂ ਇਹਦੇ ਵਿੱਚ ਆਪਣੇ ਆਪ ਨੂੰ ਅਸੀਂ ਕਹਿ ਸਕਦੇ ਹਾਂ ਅਸੀਂ ਵਡਭਾਗੀ ਹਾਂ, ਕਿਉਂਕਿ ਸਾਨੂੰ 1 ਘੰਟਾ ਰੋਜ਼ ਮਿਲ ਜਾਂਦਾ ਹੈ। ਔਰ ਇਹ ਸਾਨੂੰ ਤਾਂਘ ਰਹਿੰਦੀ ਹੈ ਕਿ ਅਸੀਂ ਵਾਹਿਗੁਰੂ ਦਾ ਨਾਮ ਸਿਮਰਨਾ ਹੈ। ਔਰ ਅਸੀਂ ਜਦੋਂ ਰੋਜ਼ ਸੁਣਦੇ ਹਾਂ ਤੇ ਸਾਡੇ ਕੰਨ ਵੀ ਪਵਿੱਤਰ ਹੁੰਦੇ, ਕਿਉਂਕਿ ਉਹ ਜਿਹੜਾ 1 ਘੰਟਾ ਹੁੰਦਾ ਨਾ ਸੰਗਤ ਜੀ, ਫਿਰ ਸਾਡਾ ਮਨ ਨਾ ਭਟਕਦਾ ਨਹੀਂ ਹੈ। ਤਾਂ ਹੀ ਸੰਗਤ ਦਾ ਮਹੱਤਵ ਕਿਆ ਹੈ ਬਾਣੀ ਨੇ, ਕਿਉਂਕਿ ਜਦੋਂ ਅਸੀਂ ਸੰਗਤ 'ਚ ਆ ਕੇ ਬੈਠ ਜਾਂਦੇ ਹਾਂ, ਫਿਰ ਸਾਡਾ ਮਨ ਇੱਧਰ ਉੱਧਰ ਭਟਕਦਾ ਨਹੀਂ ਹੈ। ਕੱਲੇ ਅਸੀਂ ਬੈਠ ਕੇ ਪਾਠ ਕਰਾਂਗੇ ਤੇ ਸਾਡਾ ਮਨ ਕਿਤੇ ਕਿਤੇ ਜਾਏਗਾ। ਮੈਂ ਗੈਸ ਤੇ ਉਹ ਰੱਖਿਆ, ਮੈਂ ਗੈਸ ਨਹੀਂ ਬੰਦ ਕੀਤਾ, ਉਹਨੇ ਆਣਾ, ਉਹ ਘੰਟੀ ਵੱਜ ਗਈ, ਮੈਂ ਮੇਡ ਨੂੰ ਇਹ ਕਹਿਣਾ, ਕਦੀ ਕੱਲੇ ਬੈਠਦੇ ਆ ਨਾ ਤੇ ਉਦੋਂ ਫਿਰ ਇਹ ਸਭ ਚੀਜ਼ਾਂ ਸਾਨੂੰ ਤੰਗ ਕਰਦੀਆਂ ਨੇ। ਪਰ ਜਦੋਂ ਅਸੀਂ ਸੰਗਤ 'ਚ ਬੈਠਦੇ ਆ ਨਾ, ਉਦੋਂ ਤੇ ਇੱਕ ਸਾਡਾ ਫਲ ਵੀ ਵੱਧ ਜਾਂਦਾ, ਫਲ ਵੀ ਦੁੱਗਣਾ ਤਿਗਣਾ ਚੌਗਣਾ ਸਾਨੂੰ ਉਹ ਪਾਠ ਦਾ ਮਿਲਦਾ ਹੈ। ਔਰ ਦੂਸਰਾ ਕਿ ਇਸ ਸੰਗਤ ਦੇ ਨਾਲ ਇੱਕ ਇਹ ਵੀ ਹੁੰਦਾ, ਉਹ ਪਾਠ ਕਰਦਾ, ਉਹ ਰੋਜ਼ ਪਾਠ ਕਰਦੀ ਹੈ, ਉਹ ਰੋਜ਼ ਪਾਠ ਤੇ ਆਉਂਦੇ ਹੈ, ਮੈਂ ਵੀ ਜਾਵਾਂ, ਇਹ ਸਾਨੂੰ ਪ੍ਰੇਰਣਾ ਵੀ ਮਿਲਦੀ ਹੈ। ਔਰ ਇਹ ਜਦੋਂ ਅਸੀਂ ਰੋਜ਼ ਸੰਗਤ ਕਰਦੇ ਹਾਂ, ਇਹ ਵੀ ਵਾਹਿਗੁਰੂ ਦੀ ਸਾਡੇ ਉੱਤੇ ਦਇਆ ਦ੍ਰਿਸ਼ਟੀ ਹੈ ਕਿ ਅਸੀਂ ਆਪਣੇ ਆਪ ਨੂੰ ਅਸ ਵਡਭਾਗੀ ਸਮਝੀਏ ਕਿ ਬਾਬਾ ਜੀ ਤੁਸੀਂ ਸਾਡੇ ਤੇ ਇੰਨੀ ਮਿਹਰ ਕਰ ਦਿਓ ਕਿ ਸਾਨੂੰ ਘਰ ਬੈਠੇ ਤੁਸੀਂ ਸਾਡੀ ਸੁਰਤ ਸ਼ਬਦ ਦੇ ਨਾਲ ਜੋੜ ਦਿੰਦੇ ਹੋ। ਨਾਨਕ ਸੇ ਵਡਭਾਗੀ ਜਿਨ ਹਰ ਨਾਮ ਧਿਆਇਆ, ਉਹ ਬੜੇ ਵਡਭਾਗੀ ਹੁੰਦੇ ਨੇ ਜਿਹੜੇ ਪ੍ਰਭੂ ਦਾ ਨਾਮ ਧਿਆਉਂਦੇ ਨੇ। ਔਰ ਫਿਰ ਗੁਰ ਪ੍ਰਸਾਦੀ ਮਨ ਵਸਾਇਆ, ਔਰ ਪ੍ਰਸ਼ਾਦ ਕੀ ਹੁੰਦਾ ਹੈ, ਜਿਹਦੇ ਤੇ ਬਾਬਾ ਜੀ ਦਇਆ ਕਰ ਦਿੰਦੇ ਨੇ, ਜਿਹਦੇ ਤੇ ਕਿਰਪਾ ਕਰ ਦਿੰਦੇ ਨੇ, ਉਹ ਫਿਰ ਉਹਨਾਂ ਦੇ ਮਨ 'ਚ ਫਿਰ ਇਹ ਵਸ ਜਾਂਦਾ ਹੈ ਵਾਹਿਗੁਰੂ ਦਾ ਨਾਮ। ਸੰਗਤ ਜੀ, ਮੈਂ ਹਾਲੀ ਵੀ ਕਹਾਂਗੀ ਅਸੀਂ ਵਡਭਾਗੀ ਹਾਂ ਕਿ ਸਾਡਾ ਚਿੱਤ ਕਰਦਾ, ਸਾਡਾ ਇਹ ਨਹੀਂ ਚਿੱਤ ਕਰਦਾ ਕਿ ਅਸੀਂ ਇਹ ਸਾਡਾ 7 ਵਜੇ ਇਹ ਕੰਮ ਹੈ, ਅਸੀਂ ਸਾਰੇ ਆਪਣੇ ਕੰਮ ਖਤਮ ਕਰਕੇ ਬੈਠਦੇ ਹਾਂ, ਕਿਉਂਕਿ ਇਹ ਵਾਹਿਗੁਰੂ ਦੀ ਸਾਡੇ ਤੇ ਦਇਆ ਦ੍ਰਿਸ਼ਟੀ ਹੋ ਰਹੀ ਹੈ ਕਿ ਸਾਡਾ ਚਿੱਤ ਜੁੜ ਰਿਹਾ ਇਹਦੇ ਵਿੱਚ। ਇਹ ਵੀ ਸਾਨੂੰ ਜਿੰਨਾ ਸ਼ੁਕਰਾਨਾ ਕਰਨਾ ਚਾਹੀਦਾ ਨਾ ਕਿ ਬਾਬਾ ਜੀ ਤੁਹਾਡੀ ਮਿਹਰ ਹੈ ਕਿ ਸਾਡਾ ਤੁਸੀਂ ਚਿੱਤ ਆਪਣੇ ਚਰਨਾਂ ਨਾਲ ਜੋੜ ਰਹੇ ਹੋ। ਤੇ ਸੰਗਤ ਜੀ, ਪਿਛਲੀ ਵਾਰ ਅਸੀਂ ਸਾਖੀ ਕਰ ਰਹੇ ਸੀ ਧੰਨ ਧੰਨ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਕਰਤਾਰਪੁਰ ਸਾਹਿਬ ਦੀ ਜੰਗ ਦੀ। ਸੰਗਤ ਜੀ, ਪਾਤਸ਼ਾਹ ਨੇ 4 ਜੰਗਾਂ ਲੜੀਆਂ
ਜਿਹੜੀ ਕਿ ਪਹਿਲੀ ਜੰਗ ਉਹਨਾਂ ਨੇ ਲੜੀ ਅੰਮ੍ਰਿਤਸਰ ਵਿੱਚ। ਉਸ ਤੋਂ ਵੀ ਭਾਰੀ ਜੰਗ ਸੀ। ਦੂਸਰੀ ਜੰਗ ਉਹਨਾਂ ਨੇ ਲੜੀ ਸ਼੍ਰੀ ਹਰਗੋਬਿੰਦਪੁਰੇ, ਇਹ ਗੁਰਦਾਸਪੁਰ ਦੇ ਲਾਗੇ। ਉਸ ਤੋਂ ਵੀ ਜ਼ਿਆਦਾ ਭਾਰੀ ਤੀਸਰੀ ਜੰਗ ਗੁਰੂਸਰ, ਉਹ ਹੈਗਾ ਹੈ ਮਹਿਰਾਜ, ਇਹ ਬਠਿੰਡਾ ਤੋਂ 45 ਕਿਲੋਮੀਟਰ ਦੂਰ ਹੈ ਬਠਿੰਡਾ ਤੋਂ। ਔਰ ਸਾਰੇ ਨਾਲੋਂ ਭਾਰੀ ਚੌਥੀ ਜੰਗ ਸ਼੍ਰੀ ਕਰਤਾਰਪੁਰ ਸਾਹਿਬ 'ਚ ਉਹਨਾਂ ਦੀ ਜੰਗ ਲੜੀ, ਔਰ ਜੋ ਕਿ ਚਾਰੋਂ ਜੰਗਾਂ ਉਹਨਾਂ ਨੇ ਫਤਿਹ ਵੀ ਕੀਤੀਆਂ। ਪਿਛਲੀ ਵਾਰ ਅਸੀਂ ਦੇਖਿਆ ਸੀ ਕਿ ਕੁਤੁਬ ਖਾਨ, ਕਾਲੇ ਖਾਨ, ਪੈਂਦੇ ਖਾਨ ਔਰ ਅਨਵਰ ਖਾਨ, ਇਹ ਸਾਰੇ ਸੋਚ ਲੈਂਦੇ ਨੇ ਕਿ ਅਸੀਂ ਪਿਛਲੇ ਪੈਰ ਹੀ ਜਾ ਕੇ ਅਸੀਂ ਉਹਨਾਂ ਤੇ ਹਮਲਾ ਕਰ ਦੇਣਾ ਔਰ ਉਹਨਾਂ ਨੂੰ ਸੁੱਤੇ ਪਿਆ ਫੜ ਲੈਣਾ। ਪਰ ਪਾਤਸ਼ਾਹ ਤੇ ਜਾਣੀ ਜਾਣ ਹੁੰਦੇ ਨੇ, ਉਹਨਾਂ ਨੇ ਆਪਣੇ ਸਿੱਖਾਂ ਨੂੰ ਪਹਿਲਾਂ ਹੀ ਤਿਆਰ ਕੀਤਾ ਹੁੰਦਾ ਹੈ ਕਿ ਅੱਧੇ ਸਿੱਖ, ਉਹਨਾਂ ਕੋ 1800 ਆਪਣੀ ਫੌਜ ਹੁੰਦੀ ਹੈ, 1800 ਸੂਰਮਿਆਂ ਦੀ, ਕਹਿੰਦੇ ਨੇ 900 ਤੁਸੀਂ ਹਾਲੀ ਇੱਥੇ ਰੁਕੋ, ਤੁਸੀਂ ਵਿਸ਼ਰਾਮ ਕਰੋ। 900 ਦੀ ਉਹ ਡਿਊਟੀ ਲਗਾ ਦਿੰਦੇ ਨੇ ਕਿ ਤੁਸੀਂ ਇੱਥੇ ਸਾਰੇ ਕਰਤਾਰਪੁਰ ਨੂੰ ਤੁਸੀਂ ਸਾਰਾ ਨਿਗਰਾਨੀ ਰੱਖੋ ਕਿ ਕੋਈ ਅੰਦਰ ਐਂਟਰ ਨਾ ਕਰ ਪਾਏ। ਇੱਧਰ ਇਹ ਰਾਤੀ ਜੀ ਚੜਾਈ ਸ਼ੁਰੂ ਕਰ ਦਿੰਦੇ ਨੇ ਔਰ ਇਹ ਸੋਚਦੇ ਨੇ ਅਸੀਂ ਨਾ ਚੁੱਪਚਾਪ ਜਾਵਾਂਗੇ, ਕਿਉਂਕਿ ਇਹਦੇ ਰਣ ਦਾ ਜੋ ਜੰਗ ਦਾ ਇੱਕ ਰੂਲ ਹੁੰਦਾ ਹੈ ਕਿ ਨਗਾੜਾ ਵਜਾ ਕੇ ਜੰਗ ਸ਼ੁਰੂ ਕੀਤੀ ਜਾਂਦੀ ਹੈ। ਪਰ ਇਹ ਕਪਟ ਕਰਦੇ ਨੇ, ਇਹ ਨਗਾੜਾ ਨਹੀਂ ਵਜਾਉਂਦੇ, ਕਹਿੰਦੇ ਨੇ ਚੁੱਪਚਾਪ ਕਰਨਾ, ਅਸੀਂ ਨਗਾੜਾ ਵੀ ਨਹੀਂ ਵਜਾਣਾ, ਗੁਰੂ ਨੂੰ ਤੇ ਸੁੱਤੇ ਪਏ ਜਾ ਕੇ ਅਸੀਂ ਫੜ ਲੈਣਾ। ਸਾਡੇ ਕੋਲ ਤੇ 80,000 ਲੱਖ ਦੀ ਫੌਜ ਹੈਗੀ ਹੈ, ਗੁਰੂ ਕੋ ਹੈ ਹੀ ਕੀ, ਕੁਛ 1800 ਸਿੱਖ ਨੇ, ਔਰ ਉਹ ਅਸੀਂ ਤੇ ਫਟਾਫਟ ਜਾ ਕੇ ਇੱਕੋ ਵਾਰੀ ਚ ਉਹਨਾਂ ਨੂੰ ਦਬੋਚ ਲੈਣਾ। ਤੇ ਫਿਰ ਜਦੋਂ ਕਰਤਾਰਪੁਰ ਸਾਹਿਬ ਦੇ ਕੋਲ ਪਹੁੰਚਦੇ ਨੇ ਤੇ ਕਾਲੇ ਖਾਂ ਕਹਿੰਦਾ ਹੈ, ਉਹ ਆਪਸ ਚ ਗੱਲਾਂ ਕਰਦੇ ਆ, ਕਾਲੇ ਖਾਂ, ਪੈਂਦੇ ਖਾਂ ਤੇ ਕੁਤੁਬ ਖਾਂ, ਇਹ ਆਪਸ ਚ ਗੱਲਾਂ ਕਰ ਰਹੇ ਹੁੰਦੇ, ਕਹਿੰਦੇ ਨੇ ਕਿ ਹੁਣ ਤੇ ਅਸੀਂ ਇੱਥੇ ਕਰਤਾਰਪੁਰ ਦੇ ਕੋਲ ਪਹੁੰਚਣ ਲੱਗਿਆ, ਹੁਣ ਤੇ ਯੁੱਧ ਸਾਡਾ ਆਮਣੇ ਸਾਹਮਣੇ ਦਾ ਹੋਣਾ, ਤੇ ਹੁਣ ਨਾ ਸਾਨੂੰ ਨਾ ਨਗਾੜਾ ਵਜਾ ਲੈਣਾ ਚਾਹੀਦਾ, ਸਾਨੂੰ ਨਾ ਵਜਾ ਲੈਣਾ ਚਾਹੀਦਾ ਨਗਾੜਾ। ਦੂਰ ਹੀ ਕਿੰਨਾ ਰਹਿ ਗਿਆ, ਕਰਤਾਰਪੁਰ ਰਹਿ ਗਿਆ, ਤੇ ਉਹ ਸੰਭਲ ਵੀ ਨਹੀਂ ਪਾਣਗੇ ਤੇ ਅਸੀਂ ਹਮਲਾ ਕਰ ਦਾਂਗੇ ਉਹਨਾਂ ਤੇ ਪਰ ਸਿੱਖ ਤੇ ਪਹਿਲਾਂ ਤਿਆਰ ਬਰ ਤਿਆਰ ਸੀ, ਤੇ ਉਹ ਨਾ ਕਰਤਾਰਪੁਰ ਸਾਹਿਬ ਤੋਂ ਪਹਿਲਾਂ ਹੀ ਉਹ ਨਗਾੜਾ ਵਜਾ ਦਿੰਦੇ ਨੇ। ਜਦੋਂ ਨਗਾੜਾ ਵੱਜ ਜਾਂਦਾ ਹੈ, ਏਦਾਂ ਸਾਰੇ ਸਤਰਕ ਹੋ ਜਾਂਦੇ, ਕਿਉਂਕਿ ਸਿੱਖ ਤੇ ਪਹਿਲਾਂ ਹੀ ਸਵੇਰੇ ਉੱਠ ਕੇ ਇਸ਼ਨਾਨ ਪਾਣੀ ਕਰਕੇ ਨਾਮ ਸਿਮਰਨ ਕਰਕੇ ਉਹ ਤੇ ਆਪਣੇ ਆਪਣੇ ਘੋੜਿਆਂ ਤੇ ਉਹਦੇ ਚਾਰੋਂ ਤਰਫ ਨਿਗਰਾਨੀ ਰੱਖ ਰਹੇ ਹੁੰਦੇ ਨੇ। ਜਾਤੀ ਮਲਕ ਜੀ ਨੇ ਜਦੋਂ ਨਗਾੜਾ ਸੁਣਿਆ, ਉਹਨਾਂ ਨੇ ਆਪਣੇ ਸੂਰਮਿਆਂ ਨੂੰ ਸਾਰਿਆਂ ਨੂੰ ਕਹਿਤਾ ਕਿ ਸਤਰਕ ਹੋ ਜੋ, ਹਮਲਾ ਹੋ ਗਿਆ, ਚੜਾਈ ਹੋ ਗਈ ਹੈ। ਤੇ ਉਹਨਾਂ ਨੇ ਸਾਰਿਆਂ ਨੂੰ ਕਿਹਾ ਕਿ ਜਿੱਥੇ ਵੀ ਤੁਸੀਂ ਗੋਲੀ ਦੀ ਆਵਾਜ਼ ਸੁਣੋ, ਤੁਸੀਂ ਗੋਲੀ ਦਾ ਜਵਾਬ ਗੋਲੀ ਨਾਲ ਦੇਣਾ। ਔਰ ਉਹ ਫਿਰ ਜਦੋਂ ਸੰਗਤ ਜੀ ਜੰਗ ਅਸੀਂ ਤੇ ਸਿਰਫ ਗੱਲਾਂ ਕਰ ਪਾ ਰਹੇ ਹਾਂ, ਪਰ ਜੰਗ ਹੁਣ ਅਸੀਂ ਦੇਖ ਰਹੇ ਹਾਂ ਨਾ, ਰਸ਼ੀਆ ਔਰ ਯੂਕਰੇਨ ਦਾ ਕੀ ਹਾਲ ਹੋ ਰਿਹਾ। ਜਦੋਂ ਜੰਗ ਹੁੰਦੀ ਹੈ, ਖੂਨੋ ਖੂਨ, ਸਾਰੇ ਜਿਹੜੇ ਜਿਨ੍ਹਾਂ ਦਾ ਕੋਈ ਕਸੂਰ ਨਹੀਂ ਹੁੰਦਾ ਉਹ ਮਰਦੇ ਨੇ, ਕਈਆਂ ਦੇ ਅੰਗ ਪੈਰ ਨਹੀਂ ਰਹਿੰਦੇ। ਇਹ ਜੰਗ ਸਿਰਫ ਅਸੀਂ ਤੇ ਨਾਮ ਲੈ ਸਕਦੇ ਹਾਂ, ਪਰ ਜੰਗ ਦਾ ਤੇ ਨਾਮ ਹੀ ਬੁਰਾ ਹੈ। ਤੇ ਜਾਤੀ ਮਲਕ ਜੀ ਆਪਣਾ ਘੋੜਾ ਦੜਾ ਕੇ ਜਾਂਦੇ ਨੇ ਪਾਤਸ਼ਾਹ ਦੇ ਕੋਲ, ਤੇ ਪਾਤਸ਼ਾਹ ਜਦੋਂ ਤੱਕ, ਕਿਉਂਕਿ ਇਹ ਹੁੰਦਾ ਹੈ ਪਿਛਲੇ ਪੈਰ 2-2:30 ਵਜੇ ਦਾ ਸਮੇਂ ਹੁੰਦਾ ਹੈ। ਇੱਕ ਗੱਲ ਸੰਗਤ ਜੀ ਤੇ ਸ਼ੁਰੂ ਕਰਨ ਤੋਂ ਪਹਿਲਾਂ ਮੈਂ ਤੁਹਾਨੂੰ ਇਹ ਦੱਸਣਾ ਭੁੱਲ ਗਈ ਕਿ ਇਹ ਜੋ ਕਥਾ ਹੈ, ਇਹ ਸੂਰਜ ਪ੍ਰਕਾਸ਼ ਗ੍ਰੰਥ ਵਿੱਚੋਂ ਲਿੱਤੀ ਗਈ ਹੈ, ਜੋ ਕਿ ਕਵੀ ਸੰਤੋਖ ਸਿੰਘ ਜੀ ਨੇ ਲਿਖੀ ਹੈ, ਉਹਨਾਂ ਦੀ ਰਚਨਾ ਹੈ। ਸੰਗਤ ਜੀ ਇਹਦੇ 14 ਪ੍ਰਸੰਗ ਨੇ ਇਹ ਵਾਲੇ ਜੰਗ ਦੇ ਸੰਗਤ ਜੀ, ਪਰ ਮੈਂ 3 ਪ੍ਰਸੰਗ ਨੂੰ ਨਾ ਛੋਟਾ ਕਰਕੇ ਦੱਸ ਰਹੀ ਹਾਂ, ਕਿਉਂਕਿ ਸਾਰਾ ਇੱਕ ਲਾਈਨ ਏਦਾਂ ਜਦੋਂ ਸੁਣੋ, ਜਦੋਂ ਪੜੋ, ਏਦਾਂ ਲੱਗਦਾ ਹੈ ਕਿ ਇੱਕ ਵੀ ਪੰਕਤੀ ਛੱਡਣ ਵਾਲੀ ਨਹੀਂ ਹੈ, ਕਿ ਸੰਗਤ ਦੇ ਨਾਲ ਸਾਂਝੀ ਇੱਕ ਲਾਈਨ ਹੋਣੀ ਚਾਹੀਦੀ ਹੈ। ਪਰ ਸੰਗਤ ਜੀ
जद अगर असी एक वारी च एक प्रसंग करांगे ते फिर 14 प्रसंग किन्ने कदों तक ये खत्म होणगे ना। ते इसलिए जिन्ना शॉर्ट हो सकिया मैं आप कोशिश कीती है संगत जी। ते जदों जाति मलक जी जांदे ने ते पातशाह दे कोल दौड़े दौड़े अपने घोड़े ते जांदे ने कि मैं पातशाह नूं जाके इतला करां कि उन्हां ने चढ़ाई करती है दुश्मनां ने। ਉਹ ਜਾ ਕੇ ਦੇਖਦੇ ਨੇ ਕਿ ਪਾਤਸ਼ਾਹ ਤੇ ਪਹਿਲਾਂ ਹੀ ਤਿਆਰ ਹੋ ਕੇ ਇਸ਼ਨਾਨ ਕਰਕੇ ਤਿਆਰ ਹੋ ਕੇ ਆਤਮਾ ਪਰਮਾਤਮਾ ਇੱਕ ਹੋ ਕੇ ਉਹ ਤੇ ਧਿਆਨ 'ਚ ਬੈਠੇ ਹੁੰਦੇ ਨੇ। ਤੇ ਜਾ ਕੇ ਜਾਤੀ ਮਲਕ ਜੀ ਉਹਨਾਂ ਨੂੰ ਨਤਮਸਤਕ ਹੁੰਦੇ ਨੇ ਔਰ ਕਹਿੰਦੇ ਨੇ ਕਿ ਪਾਤਸ਼ਾਹ ਤੁਰਕਾਂ ਨੇ ਚੜਾਈ ਕਰ ਦਿੱਤੀ ਹੈ, ਨਗਾੜਾ ਵੱਜ ਗਿਆ ਹੈ ਔਰ ਤੁਸੀਂ ਹੁਣ ਸਾਨੂੰ ਦੱਸੋ ਕਿ ਪਹਿਲਾਂ ਕਿਸ ਨੂੰ ਭੇਜਣਾ ਹੈ ਔਰ ਬਾਅਦ ਚੋਂ ਕਿਸ ਨੂੰ ਭੇਜਣਾ ਹੈ। ਕਿਉਂਕਿ ਸੰਗਤ ਜੀ ਇਹ ਜੋ ਰਣਨੀਤੀ ਹੁੰਦੀ ਹੈ, ਯੁੱਧ ਕਰਨ ਦੀ ਜੋ ਰਣਨੀਤੀ ਇਹ ਬਣਾਣੀ ਪੈਂਦੀ ਹੈ। ਇਹ ਜਿਹੜੇ ਸਾਰੇ ਜਰਨੈਲ ਹੁੰਦੇ ਨੇ, ਸੈਨਾਪਤੀ ਹੁੰਦੇ ਨੇ, ਇਹ ਸਾਰੇ ਮਿਲ ਕੇ ਇਹ ਡਿਸਾਈਡ ਕਰਦੇ ਨੇ। ਜਿਸ ਤਰ੍ਹਾਂ ਅਸੀਂ ਦੇਖਦੇ ਆ ਨਾ ਕ੍ਰਿਕਟ ਦਾ ਮੈਚ ਸੰਗਤ ਜੀ, ਕਿ ਓਪਨਿੰਗ ਕੌਣ ਕਰੇਗਾ, ਕਿ ਕਿੱਥੇ ਕਿੱਥੇ ਕੌਣ ਫੀਲਡਿੰਗ ਉਹ ਲਗਾਉਂਦੇ ਨੇ ਕਿ ਉਸ ਵਾਲੇ ਪਾਸੇ ਗੇਂਦ ਜ਼ਿਆਦਾ ਜਾ ਸਕਦੀ ਹੈ। ਤੇ ਇਸੇ ਤਰ੍ਹਾਂ ਉਹਨਾਂ ਨੇ ਵੀ ਰਣਨੀਤੀ ਬਣਾਣੀ, ਹਰ ਇੱਕ ਜੋ ਵੀ ਜੰਗ ਲੜਦਾ ਇਹਨੂੰ ਰਣਨੀਤੀ ਬਣਾਣੀ ਪੈਂਦੀ ਹੈ ਕਿ ਕਿਧਰੋਂ ਦੁਸ਼ਮਣ ਹਮਲਾ ਕਰ ਸਕਦੀ ਹੈ, ਕਿਹੜਾ ਪੁਆਇੰਟ ਵੀਕ ਹੈ, ਕਿੱਥੇ ਅਸੀਂ ਕਿਹੜੇ ਸੂਰਮੇ ਖੜੇ ਕਰਨੇ ਨੇ, ਕਿੱਥੋਂ ਦੀ ਹਮਲਾ ਹੋਣ ਦੇ ਜ਼ਿਆਦਾ ਚਾਂਸਿਸ ਨੇ। ਇਹ ਸਾਰੀ ਰਣਨੀਤੀਆਂ ਬਣਾਣੀਆਂ ਪੈਂਦੀਆਂ। ਤੇ ਜਾਤੀ ਮਲਕ ਜੀ ਕਹਿੰਦੇ ਪਾਤਸ਼ਾਹ ਤੁਸੀਂ ਜਿਸ ਤਰ੍ਹਾਂ ਹੁਕਮ ਕਰੋ, ਪਹਿਲਾਂ ਕਿਹਨੂੰ ਭੇਜਣਾ ਹੈ, ਬਾਅਦ ਚ ਕਿਸ ਨੂੰ ਭੇਜਣਾ ਹੈ, ਤੁਸੀਂ ਜਿਵੇਂ ਹੁਕਮ ਕਰੋ ਤੇ ਤੁਸੀਂ ਸਾਨੂੰ ਹੁਕਮ ਕਰੋ ਅਸੀਂ ਕੀ ਕਰੀਏ। ਪਾਤਸ਼ਾਹ ਇੱਕ ਮਨ ਇੱਕ ਚਿੱਤ ਹੋ ਕੇ ਜਪਜੀ ਸਾਹਿਬ ਦਾ ਪਾਠ ਕਰ ਰਹੇ ਹੁੰਦੇ ਨੇ। ਜਪਜੀ ਸਾਹਿਬ ਦਾ ਪਾਠ ਜਦੋਂ ਸਮਾਪਤੀ ਹੁੰਦੀ ਹੈ, ਪਾਤਸ਼ਾਹ ਆਪਣਾ ਮਸਤਕ ਨਿਵਾਉਂਦੇ ਨੇ, ਮੱਥਾ ਟੇਕਦੇ ਨੇ ਔਰ ਜਿਸ ਤਰ੍ਹਾਂ ਹੀ ਪਾਤਸ਼ਾਹ ਮੱਥਾ ਟੇਕਦੇ ਨੇ ਤੇ ਇੱਕ ਗੋਲੀ ਦੀ ਆਵਾਜ਼ ਆਉਂਦੀ ਹੈ। ਗੋਲੀ ਦੀ ਆਵਾਜ਼ ਉਧਰੋਂ ਆਉਂਦੀ ਹੈ, ਇਧਰੋਂ ਸਿੱਖ ਤੇ ਤਿਆਰ ਹੁੰਦੇ ਨੇ, ਸਿੱਖਾਂ ਵੀ ਗੋਲੀ ਦੇ ਜਵਾਬ ਗੋਲੀ ਨਾਲ ਦਿੰਦੇ ਨੇ। ਤੇ ਪਾਤਸ਼ਾਹ ਉਹਨਾਂ ਨੂੰ ਦੱਸਦੇ ਨੇ, ਕਹਿੰਦੇ ਨੇ ਕਿ ਤੁਸੀਂ ਜਾ ਕੇ ਲੱਖੂ ਮਲ ਨੂੰ, ਤੁਸੀਂ ਲੱਖੂ ਮਲ, ਕਿਉਂਕਿ ਉਹਨਾਂ ਨੇ 900 ਸੂਰਮੇ ਉਹਨਾਂ ਨੇ ਸਤਰਕ ਕੀਤੇ ਹੁੰਦੇ ਨੇ, ਕਿਉਂਕਿ ਉਹਨਾਂ ਨੇ ਪਹਿਲਾਂ ਹੀ ਉਹਨਾਂ ਨੇ ਡਿਊਟੀ ਲਗਾ ਦਿੱਤੀ ਹੁੰਦੀ ਹੈ। ਕਹਿੰਦੇ ਨੇ ਤੁਸੀਂ ਲੱਖੂ ਮਲ ਜੀ ਨੂੰ 500 ਸੂਰਮੇ ਦੇ ਕੇ ਪਹਿਲਾਂ ਭੇਜੋ। ਔਰ ਕਿਉਂਕਿ ਉਹਨਾਂ ਨੇ ਉਸ ਤੋਂ ਪਿਛਲੀ ਜੰਗ ਦੇ ਵਿੱਚ ਉਹਨਾਂ ਨੇ ਬੜੇ ਕੌਤਕ ਦਿਖਾਏ ਹੁੰਦੇ ਨੇ ਲੱਖੂ ਮਲ ਜੀ ਨੇ। ਔਰ ਕਹਿੰਦੇ ਨੇ ਤੁਸੀਂ ਪਹਿਲਾਂ ਉਹਨਾਂ ਨੂੰ ਭੇਜੋ ਔਰ ਉਹਨਾਂ ਦੇ ਪਿੱਛੇ ਭਾਈ ਅਮੀਆਂ ਔਰ ਭਾਈ ਮੇਰ ਚੰਦ ਜੀ ਨੂੰ 200 ਸੂਰਮੇ ਭਾਈ ਅਮੀਆਂ ਜੀ ਨੂੰ ਔਰ 200 ਸੂਰਮੇ ਭਾਈ ਮੇਰ ਚੰਦ ਜੀ ਨੂੰ ਇਹ ਜਥੇ ਬਣਾ ਕੇ, ਟੁਕੜੀਆਂ ਬਣਾ ਕੇ ਭੇਜੋ, ਤਾਂ ਕਿ ਜਿੱਥੇ ਲੱਖੂ ਮਲ ਜੀ ਲੱਗਣ ਕਿ ਉਹਨਾਂ ਦੇ ਉੱਤੇ ਭਾਰ ਜ਼ਿਆਦਾ ਪੈ ਰਿਹਾ ਤੇ ਉਹਨਾਂ ਦੀ ਜਾ ਕੇ ਮਦਦ ਕਰਨ। ਅਗਰ ਕਿਤੇ ਹੋਰ ਲੱਗ ਰਿਹਾ ਹੈ ਕਿ ਦੁਸ਼ਮਣ ਉਧਰੋਂ ਭਾਰੀ ਪੈ ਰਿਹਾ ਤੇ ਉਹ ਉਧਰ ਜਾ ਕੇ ਉਹ ਮੋਰਚਾ ਸੰਭਾਲਣ। ਔਰ ਪਾਤਸ਼ਾਹ ਨੇ ਇਹ ਵੀ ਕਿਹਾ ਜਾਤੀ ਮਲਕ ਜੀ ਨੂੰ ਕਿ ਜਿੰਨੀਆਂ ਵੀ ਸੰਗਤਾਂ ਦੂਰੋਂ ਨੇੜੇ ਆਈਆਂ ਹੋਈਆਂ ਨੇ ਉਹਨਾਂ ਨੂੰ ਵੀ ਤੁਸੀਂ ਹਥਿਆਰ ਦਵੋ ਔਰ ਉਹਨੂੰ ਵੀ ਸਤਰਕ ਕਰੋ ਔਰ ਉਹਨਾਂ ਨੂੰ ਬੋਲੋ ਕਿ ਜੰਗ ਛਿੜ ਪਈ ਹੈ, ਹੱਥ ਤੇ ਹੱਥ ਰੱਖ ਕੇ ਫਾਇਦਾ ਨਹੀਂ, ਹੱਥ ਤੇ ਹੱਥ ਰੱਖ ਕੇ ਬੈਠਿਆ ਨਹੀਂ ਜਾ ਸਕਦਾ। ਕਮ ਸੇ ਕਮ ਆਪਣੀ ਜਾਨ ਬਚਾਉਣ ਵਾਸਤੇ ਤੇ ਹਥਿਆਰ ਹੱਥਾਂ 'ਚ ਪਕੜੋ। ਤੇ ਉਹਨਾਂ ਕੋਲੋਂ ਹੁਕਮ ਲੈ ਕੇ ਜਾਤੀ ਮਲਕ ਜੀ ਜਾਂਦੇ ਨੇ। ਜਦੋਂ ਜਾਂਦੇ ਨੇ ਲੱਖੂ ਮਲ ਜੀ ਨੂੰ ਕਹਿੰਦੇ ਪਾਤਸ਼ਾਹ ਦਾ ਇਹ ਹੁਕਮ ਹੈ ਤੇ ਤੁਸੀਂ ਇਸ ਤਰ੍ਹਾਂ ਤੁਸੀਂ ਮੋਰਚਾ ਸੰਭਾਲਣਾ ਹੈ, ਪਹਿਲਾਂ ਤੁਸੀਂ ਜਾਓਗੇ। ਸੰਗਤ ਜੀ ਜਦੋਂ ਪਾਤਸ਼ਾਹ ਦਾ ਹੁਕਮ ਹੁੰਦਾ ਹੈ ਤੇ ਇਹ ਵੀ ਫਿਰ ਸਿੱਖ ਵੀ ਆਪਣੇ ਨਗਾੜੇ ਵਜਾਣਾ ਸ਼ੁਰੂ ਕਰ ਦਿੰਦੇ ਨੇ ਕਿ ਸਾਡੇ ਵੱਲੋਂ ਵੀ ਜੰਗ ਸ਼ੁਰੂ। ਔਰ ਜਿਸ ਤਰ੍ਹਾਂ ਹੀ ਸੰਗਤ ਜੀ ਸਿੱਖਾਂ ਦੇ ਨਗਾੜੇ ਵੱਜਦੇ ਨੇ ਤੇ ਰਣ ਦੇਖ ਸੂਰੇ ਚਿਤ ਉਲਾਸ, ਕਿਉਂਕਿ ਜਿਹੜੇ ਸੂਰਮੇ ਹੁੰਦੇ ਨੇ ਨਾ ਸੰਗਤ ਜੀ, ਔਰ ਸੂਰਮੇ ਇਹੋ ਜਿਹੇ ਸੂਰਮੇ, ਉਹ ਵੀ ਪਾਤਸ਼ਾਹ ਦੇ ਸੂਰਮੇ, ਔਰ ਜੋ ਸੱਚ ਵਾਸਤੇ ਲੜਦਾ ਨਾ ਸੰਗਤ ਜੀ ਉਹਨਾਂ ਦੀਆਂ ਤੇ ਛਾਤੀਆਂ ਵੈਸੇ ਹੀ ਚੌੜੀਆਂ ਹੋ ਜਾਂਦੀਆਂ ਨੇ। ਔਰ ਜੋ ਸੱਚਾ ਹੁੰਦਾ ਹੈ ਨਾ
ਉਹ ਤੇ ਫਿਰ ਨਿਡਰ ਹੋ ਕੇ ਡਰਦਾ ਹੈ। ਔਰ ਸੂਰਮਿਆਂ ਦੇ ਅੰਦਰ ਇੱਕ ਉਲਾਸ ਪੈਦਾ ਹੋ ਗਿਆ, ਖੁਸ਼ੀ ਆ ਗਈ ਕਿ ਹੁਣ ਸਾਨੂੰ ਰਣ ਦੇ ਵਿੱਚ ਜੂਝਣ ਦਾ ਸਾਨੂੰ ਮੌਕਾ ਮਿਲੇਗਾ। ਸਾਰੇ ਸੂਰਮੇ ਖੁਸ਼ ਹੋ ਗਏ ਕਿ ਜੰਗ ਸ਼ੁਰੂ ਹੋ ਗਈ ਹੈ, ਹੁਣ ਅਸੀਂ ਆਪਣੇ ਆਪਣੇ ਕਰਤੱਵ ਦਿਖਾਵਾਂਗੇ, ਅਸੀਂ ਆਪਣੇ ਆਪਣੇ ਪਾਤਸ਼ਾਹ ਨੂੰ, ਅਸੀਂ ਆਪਣੀ ਤੇਗ ਚਲਾ ਕੇ ਪਾਤਸ਼ਾਹ ਨੂੰ ਅਸੀਂ ਖੁਸ਼ ਕਰਾਂਗੇ। ਔਰ ਅਸੀਂ ਆਪਣਾ ਧਰਮ ਵਾਸਤੇ ਲੜ ਰਹੇ ਸੀ ਤੇ ਇਸ ਲਈ ਉਹਨਾਂ ਦੇ ਮਨ 'ਚ ਉਲਾਸ ਸੀ। ਤੇ ਉੱਥੇ ਬਾਬਾ ਗੁਰਦਿੱਤਾ ਜੀ ਆਉਂਦੇ ਨੇ। ਬਾਬਾ ਗੁਰਦਿੱਤਾ ਜੀ ਨੇ ਕਮਰ ਕੱਸਾ ਹੁੰਦਾ ਹੈ, ਆਪਣੇ ਅੰਗ ਤੇ ਸ਼ਸਤਰ ਸਜਾਏ ਹੁੰਦੇ ਨੇ ਔਰ ਜੰਗੀ ਬਾਣਾ ਪਹਿਨ ਕੇ ਉਹ ਆਉਂਦੇ ਨੇ ਪਾਤਸ਼ਾਹ ਜੀ ਦੇ ਕੋਲ ਆਗਿਆ ਲੈਣ ਵਾਸਤੇ ਕਿ ਉਹ ਮੈਦਾਨ ਵਿੱਚ ਜੰਗ ਵਿੱਚ ਜੂਝਣਾ ਚਾਹੁੰਦੇ ਨੇ। ਪਰ ਜਦੋਂ ਆਉਂਦੇ ਨੇ ਨਾ ਤੇ ਉਹ ਸਿੱਖਾਂ ਨੂੰ ਕਹਿੰਦੇ ਪਹਿਲੇ ਜੰਗਾਂ ਦੇ ਵਿੱਚ ਤੇ ਪਿਤਾ ਜੀ ਨੇ ਸਾਨੂੰ ਆਪਣੇ ਨੇੜੇ ਰਹਿਣ ਨਹੀਂ ਦਿੱਤਾ, ਪਰ ਹੁਣ ਨਾ ਜੰਗ 'ਚ ਜੂਝਣ ਦਾ ਨਾ ਸਾਡੇ ਵੀ ਮਨ 'ਚ ਉਤਸ਼ਾਹ ਹੈਗਾ, ਅਸੀਂ ਵੀ ਨਾ ਜੂਝਣਾ ਚਾਹੁੰਦੇ ਹਾਂ ਜੰਗ ਦੇ ਵਿੱਚ। ਤੇ ਕਹਿੰਦੇ ਕਿ ਅਸੀਂ ਜੰਗ ਦੇ ਵਿੱਚ ਜੂਝਣਾ ਚਾਹੁੰਦੇ ਹਾਂ। ਤੇ ਜਦੋਂ ਪਾਤਸ਼ਾਹ ਦੇਖਦੇ ਨੇ ਕਿ ਉਹਨਾਂ ਦੇ ਮਨ 'ਚ ਚਾਹ ਹੈ, ਉਹਨਾਂ ਦੀ ਕਾਮਨਾ ਹੈ ਜੰਗ ਦੇ ਵਿੱਚ ਲੜਨ ਦੀ, ਤੇ ਉਹਨਾਂ ਨੂੰ ਕਹਿੰਦੇ ਦੇਖੋ ਬਾਬਾ ਜੀ, ਇੱਕ ਸੰਗਤ ਜੀ ਹੋਰ ਗੱਲ, ਜੋ ਬਾਬਾ ਜੀ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਬਾਬਾ ਗੁਰਦਿੱਤਾ ਜੀ ਨੂੰ ਖੁਦ ਬਾਬਾ ਜੀ ਕਹਿ ਕੇ ਬੁਲਾਉਂਦੇ ਸੀ। ਕਿਉਂ? ਕਿਉਂਕਿ ਉਹਨਾਂ ਨੂੰ ਪਾਤਸ਼ਾਹ ਨੂੰ ਪਤਾ ਸੀ ਕਿ ਉਹਨਾਂ ਦੇ ਘਰ ਉਹਨਾਂ ਦੇ ਸਪੁੱਤਰ ਗੁਰੂ ਹਰ ਰਾਏ ਜੀ ਨੇ ਗੱਦੀ ਦੇ ਵਾਰਿਸ ਹੋਣਾ ਹੈ, ਤੇ ਇਸ ਲਈ ਉਹ ਬਾਬਾ ਗੁਰਦਿੱਤਾ ਜੀ ਨੂੰ ਪਾਤਸ਼ਾਹ ਆਪ ਬਾਬਾ ਜੀ ਕਹਿ ਕੇ ਪੁਕਾਰਦੇ ਸੀ। ਸੰਗਤ ਜੀ, ਇਹ ਵੀ ਆਪ ਸਾਰੇ ਜਾਣੂ ਹੋ, ਜਦੋਂ ਸ਼੍ਰੀ ਗੁਰੂ ਤੇਗ ਬਹਾਦਰ ਜੀ ਦਾ ਆਗਮਨ ਹੋਇਆ ਤੇ ਜਦੋਂ ਉਹਨਾਂ ਨੇ ਉਹਨਾਂ ਨੂੰ ਦੇਖਿਆ, ਦਰਸ਼ਨ ਕੀਤੇ, ਤੇ ਉਹਨਾਂ ਨੇ ਗੁਰੂ ਤੇਗ ਬਹਾਦਰ ਸਾਹਿਬ ਨੂੰ ਵੀ ਉਹ ਨਤਮਸਤਕ ਹੋਏ ਸੀ। ਤੇ ਉਹਨਾਂ ਨੇ ਬਾਬਾ ਜੀ ਨੂੰ ਕਿਹਾ, ਬਾਬਾ ਗੁਰਦਿੱਤਾ ਜੀ ਨੂੰ, ਕਿ ਬਾਬਾ ਜੀ ਦੇਖੋ ਹਾਲੀ ਤੇ ਹਨੇਰਾ ਹੈ, ਔਰ ਹਨੇਰੇ ਦੇ ਵਿੱਚ ਆਪਣੇ ਔਰ ਬੇਗਾਨੇ ਦਾ ਪਤਾ ਨਹੀਂ ਚੱਲਦਾ, ਤੇ ਇਸ ਲਈ ਥੋੜੀ ਲੋ ਹੋ ਲੈਣ ਦੋ, ਥੋੜਾ ਸੂਰਜ ਚੜ ਲੈਣ ਦੋ, ਫਿਰ ਅਸੀਂ ਰਣ ਭੂਮੀ 'ਚ ਅਸੀਂ ਦੋ ਹੱਥ ਕਰਾਂਗੇ ਹੈ। ਔਰ ਉਹਨਾਂ ਨੂੰ ਕਹਿੰਦੇ ਹੁਣ ਤੇ ਸਾਡੇ ਵਾਸਤੇ ਹਜ਼ਾਰੋਂ ਸ਼ਿਕਾਰ ਆ ਰਹੇ ਨੇ, ਹੁਣ ਸਾਡੇ ਹੱਥੋਂ ਮਰਨ ਵਾਸਤੇ ਹਜ਼ਾਰੋਂ ਸ਼ਿਕਾਰ ਆ ਰਹੇ ਨੇ, ਤੇ ਇਸ ਲਈ ਉਦੋਂ ਤੱਕ, ਜਦੋਂ ਤੱਕ ਦਿਨ ਨਹੀਂ ਚੜ੍ਹਦਾ, ਉਦੋਂ ਤੱਕ ਤੁਸੀਂ ਨਿਗਰਾਨੀ ਰੱਖੋ, ਤੁਸੀਂ ਸਾਰਿਆਂ ਨੂੰ ਸੁਚੇਤ ਕਰੋ, ਸਾਰਿਆਂ ਨੂੰ ਤੁਸੀਂ ਸਤਰਕ ਰਹਿਣ ਦਾ ਤੁਸੀਂ ਉਹ ਕਰੋ, ਉਹਨਾਂ ਨੂੰ ਉਪਦੇਸ਼ ਦਵੋ, ਤੇ ਸਾਰਿਆਂ ਦੇ ਵਿੱਚ ਤੁਸੀਂ ਹੌਸਲੇ ਵਧਾਓ। ਤੇ ਬਾਬਾ ਜੀ ਨੇ ਵੀ ਉਹਨਾਂ ਦੇ ਬਚਨ ਰੱਖੇ। ਬਾਬਾ ਜੀ ਨੇ ਵੀ ਕਿਹਾ, ਕਹਿੰਦੇ 7 ਬਚਨ, ਔਰ ਫਿਰ ਸ਼ੁਰੂ ਹੋ ਗਈ ਜੰਗ ਸ਼ੁਰੂ ਹੋਈ। ਉਧਰੋਂ ਤੀਰ ਆ ਰਹੇ ਨੇ, ਇਧਰੋਂ ਤੀਰ ਵੱਜ ਰਹੇ ਨੇ, ਤੀਰਾਂ ਦੀ ਬੌਛਾਰ ਹੋ ਰਹੀ ਹੈ ਸੰਗਤ ਜੀ, ਘੋੜਿਆਂ ਦੀ ਆਵਾਜ਼, ਬੰਦੂਕਾਂ ਦੀ ਆਵਾਜ਼, ਗੋਲੀਆਂ ਦੀ ਆਵਾਜ਼, ਘੋੜੇ, ਕਿਉਂਕਿ ਸਿੱਖ ਇਧਰੋਂ ਤੀਰ ਮਾਰ ਰਹੇ ਨੇ, ਖਿੱਚ ਕੇ ਤੀਰ ਮਾਰ ਰਹੇ ਨੇ, ਔਰ ਸਿੱਖ ਐਨੇ ਸੂਰਮੇ ਸਿੱਖ, ਔਰ ਐਨੇ ਨਿਪੁਣ ਸਿੱਖ ਤੀਰ ਅੰਦਾਜ਼ੀ 'ਚ, ਕਿਉਂਕਿ ਹਨੇਰੇ ਦੇ ਵਿੱਚ ਵੀ ਸਿੱਖਾਂ ਦਾ ਇੱਕ ਵੀ ਵਾਰ ਖਾਲੀ ਨਹੀਂ ਜਾ ਰਿਹਾ ਸੀ ਸੰਗਤ ਜੀ। ਇਹ ਵੀ ਕਿਉਂਕਿ ਸਿੱਖ ਸਾਰੇ ਅੰਮ੍ਰਿਤ ਵੇਲੇ ਉੱਠ ਕੇ ਨਾਮ ਸਿਮਰਨ ਕਰਦੇ ਹੈ, ਨਾਮ ਬਾਣੀ ਪੜ੍ਹਦੇ ਨੇ, ਇਕਾਗਰਿਤ ਹੋ ਕੇ ਉਹ ਧਿਆਨ ਲਗਾਉਂਦੇ ਨੇ ਸੰਗਤ ਜੀ। ਔਰ ਜੋ ਧਿਆਨ ਲਗਾਉਂਦਾ ਹੈ ਉਹ ਤੇ ਫਿਰ ਹਨੇਰੇ 'ਚ ਵੀ ਉਹਦਾ ਨਿਸ਼ਾਨਾ ਚੂਕਦਾ ਨਹੀਂ ਹੈ। ਸੈਂਕੜੋ ਆਉਂਦੇ ਨੇ, ਸੈਂਕੜੋ ਜਦੋਂ ਆ ਰਹੇ ਹੁੰਦੇ ਨੇ, ਤੀਰ ਵੱਜ ਰਹੇ ਨੇ, ਘੋੜਿਆਂ ਨੂੰ ਤੀਰ ਵੱਜ ਰਹੇ ਨੇ, ਬੰਦੂਕਾਂ ਚੱਲ ਰਹੀਆਂ ਨੇ, ਚਿੰਗਾੜੀਆਂ ਉੱਥੇ ਉੱਠ ਰਹੀਆਂ ਨੇ। ਇੱਕ ਤੇ ਸੰਗਤ ਜੀ ਰਾਤ, ਉੱਪਰੋਂ ਘੋੜਿਆਂ ਤੇ ਪੈਰਾਂ ਤੋਂ ਜਿਹੜੀ ਮਿੱਟੀ ਉੱਡ ਕੇ ਉੱਪਰ ਜਾ ਰਹੀ ਹੈ, ਉੱਪਰੋਂ ਗੋਲੀਆਂ ਬਰਸ ਰਹੀਆਂ ਨੇ, ਜਿਸ ਤਰ੍ਹਾਂ ਕਿ ਚਾਰੋਂ ਪਾਸੇ ਜਿਸ ਤਰ੍ਹਾਂ ਜੁਗਨੂ, ਜਿੱਦਾਂ ਸਪਾਰਕ ਸੀ ਗੋਲੀਆਂ ਦੇ ਸਪਾਰਕਸ, ਔਰ ਦੋਨੋਂ ਪਾਸੇ ਨਗਾੜੇ ਵੱਜ ਰਹੇ ਨੇ। ਇਧਰੋਂ ਦੀ ਜੈਕਾਰੇ ਬੁਲਾ ਰਹੇ ਨੇ ਸਿੱਖ,
ਉਧਰੋਂ ਦੀ ਯਾ ਅਲੀ ਦੀਆਂ ਆਵਾਜ਼ਾਂ ਆ ਰਹੀਆਂ ਨੇ। ਇੰਨਾ ਘਮਾਸਾਨ ਯੁੱਧ ਹੋ ਰਿਹਾ ਹੈ, ਪਰ ਲੱਖੂ ਮੱਲ ਜੀ ਨੇ ਆਪਣੇ 500 ਸੂਰਮਿਆਂ ਦੇ ਨਾਲ ਕਿਸੇ ਨੂੰ ਨੇੜੇ ਨਹੀਂ, ਕਰਤਾਰਪੁਰ ਦੇ ਨੇੜੇ ਨਹੀਂ ਫਟਕਣ ਦਿੰਦੇ। ਉਹਨਾਂ ਦੇ 900 ਸੂਰਮੇ, 500 ਉਹਨਾਂ ਦੇ, ਬਾਕੀ 400 ਇਹਨਾਂ ਦੇ, ਭਾਈ ਅਮੀਆ ਜੀ ਦੇ, ਭਾਈ ਮੇਹਰ ਚੰਦ ਜੀ ਦੇ। ਇੰਨੇ ਫੁਰਤੀਲੇ, ਐਨੇ ਨਿਪੁਣ, ਐਨੇ ਜਾਂਬਾਜ਼ ਕਿ ਉਹਨਾਂ ਦੇ ਅੱਗੇ ਨਿਡਰ ਹੋ ਕੇ ਛਾਤੀ ਚੌੜੀ ਕਰਕੇ, ਔਰ ਇਹਨਾਂ ਦਾ 900 ਦੇ 900 ਸੂਰਮਿਆਂ ਦਾ ਇੱਕ ਵੀ ਨਿਸ਼ਾਨਾ ਖਾਲੀ ਨਹੀਂ ਜਾਂਦਾ। ਤੀਰ ਮਾਰ ਮਾਰ ਕੇ ਛਾਤੀਆਂ ਫਾੜੀ ਜਾ ਰਹੇ ਨੇ, ਗੋਲੀਆਂ ਵੱਜ ਰਹੀਆਂ ਨੇ, ਕਿਸੇ ਦਾ ਹੱਥ ਚਲਾ ਗਿਆ, ਕਿਸੇ ਦਾ, ਜਦੋਂ ਘੋੜੇ ਜ਼ਖਮੀ ਹੁੰਦੇ ਨੇ ਤੇ ਘੋੜੇ ਗਿਰ ਜਾਂਦੇ ਨੇ, ਜਦੋਂ ਉੱਥੋਂ ਦੀ ਉੱਪਰੋਂ ਦੀ ਉਹਨਾਂ ਦੇ ਵੀ ਸੰਗਤ ਜੀ ਸੂਰਮੇ ਹੁੰਦੇ ਨੇ, ਦੁਸ਼ਮਣਾਂ ਦੇ ਵੀ ਸੂਰਮੇ ਹੁੰਦੇ ਨੇ, ਜਦੋਂ ਉਹਨਾਂ ਦੇ ਸੂਰਮੇ ਗਿਰਦੇ ਨੇ ਤੇ ਘੋੜੇ ਇੱਧਰ ਦੌੜ ਰਹੇ ਨੇ। ਸੰਗਤ ਜੀ ਇਮੇਜਿਨ ਕਰਨਾ ਵੀ ਮੁਸ਼ਕਿਲ ਹੈ ਕਿ ਮਿੱਟੀ ਦੇ ਵਿੱਚ ਜੋ ਸ਼ਹੀਦ ਹੋ ਰਹੇ ਨੇ, ਜੋ ਸੰਗਤ ਜੀ ਬੇਸ਼ੱਕ ਦੁਸ਼ਮਣ ਦੇ ਸੂਰਮੇ, ਪਰ ਉਹ ਆਪਣੇ ਵਾਸਤੇ ਲੜ ਰਹੇ ਨੇ, ਤੇ ਉਹ ਵੀ ਉਹਨਾਂ ਵਾਸਤੇ ਸ਼ਹੀਦ ਹੋ ਰਹੇ ਨੇ ਜਿਨ੍ਹਾਂ ਦਾ ਉਹ ਨਮਕ ਖਾ ਰਹੇ ਨੇ। ਉਹਨਾਂ ਦਾ ਖੂਨ ਮਿੱਟੀ 'ਚ ਰਲੀ ਜਾ ਰਿਹਾ ਹੈ, ਕੁਛ ਨਹੀਂ ਦਿਖ ਰਿਹਾ, ਚਾਰੋਂ ਤਰਫ ਮਿੱਟੀ, ਚਾਰੋਂ ਤਰਫ ਹਨੇਰਾ, ਸਾਰੇ ਪਾਸੇ ਗੋਲੀਆਂ ਦੀਆਂ ਆਵਾਜ਼ਾਂ, ਸਾਰੇ ਪਾਸੇ ਤੀਰ ਆ ਰਹੇ ਨੇ ਇੱਧਰ। ਉਹਨਾਂ ਦੀ ਜਦੋਂ ਸਿੱਖ ਇੱਕ ਵਾਰੀ 'ਚ 900 ਤੀਰ ਮਾਰਦੇ ਸੀ, ਉਹਨਾਂ ਦੇ 900 ਦੇ 900 ਇਹਨਾਂ ਦੇ ਨਿਸ਼ਾਨੇ ਤੇ ਲੱਗਦੇ ਸੀ। ਇਹ ਦੇਖ ਕੇ ਦੁਸ਼ਮਣਾਂ ਦੇ ਹੌਸਲੇ ਪਸਤ ਹੋਣ ਲੱਗ ਗਏ। ਦੌੜ ਦੌੜ ਕੇ ਉਹ ਦੂਸਰੀ ਤਰਫ ਜਾਂਦੇ ਸੀ ਕਿ ਜਿੱਧਰ ਸਾਨੂੰ ਕੋਈ ਵੀਕ ਪੁਆਇੰਟ ਮਿਲ ਜਾਏ, ਅਸੀਂ ਉਧਰੋਂ ਦੀ ਕਰਤਾਰਪੁਰ ਸਾਹਿਬ 'ਚ ਐਂਟਰ ਕਰ ਸਕੀਏ। ਪਰ ਜਿਸ ਤਰ੍ਹਾਂ ਜਿੱਧਰ ਦੁਸ਼ਮਣ ਦੌੜ ਕੇ ਜਾਂਦੇ ਸੀ, ਭਾਈ ਅਮੀਆ ਜੀ, ਭਾਈ ਮੇਹਰ ਚੰਦ ਜੀ ਆਪਣੀ ਟੁਕੜੀ ਲੈ ਕੇ ਉਧਰ ਚਲੇ ਜਾਂਦੇ ਸੀ। ਜਿੱਧਰ ਜਾਂਦੇ ਸੀ ਉਧਰ ਸਿੱਖ ਬੜੇ ਉਹਨਾਂ ਦੇ ਜੋਸ਼ ਦੇ ਨਾਲ ਉਹਨਾਂ ਦਾ ਮੁਕਾਬਲਾ ਕਰਦੇ ਸੀ। ਔਰ ਲੱਖੂ ਮੱਲ ਜੀ ਇੰਨੇ ਨਿਪੁੰਨ ਸੀ ਸੰਗਤ ਜੀ ਕਿ ਸੰਗਤ ਜੀ ਲੱਖੂ ਮੱਲ ਜੀ ਵੀ ਪਹਿਲਾਂ ਇੱਕ ਚੋਰ ਸੀਗੇ। ਇਹ ਡਾਕਾ ਪਾਇਆ ਕਰਦੇ ਸੀ ਸੰਗਤ ਜੀ, ਤੇ ਜਦੋਂ ਡਾਕਾ ਪਾਉਂਦੇ ਸੀ ਤੇ ਇਹਨਾਂ ਦੀ ਇੱਕ ਵਾਰੀ ਮੁਲਾਕਾਤ ਹੋ ਗਈ ਗੁਰੂ ਦੇ ਸਿੱਖਾਂ ਦੇ ਨਾਲ। ਜਦੋਂ ਗੁਰੂ ਦੇ ਸਿੱਖਾਂ ਦਾ ਸੰਗ ਹੋ ਗਿਆ ਤੇ ਇਹ ਬੜੇ ਪ੍ਰਭਾਵਿਤ ਹੋ ਗਏ ਲੱਖੂ ਮੱਲ ਜੀ। ਇੰਨੇ ਉਹਨਾਂ ਤੇ ਪ੍ਰਭਾਵ ਹੋਇਆ ਸਿੱਖਾਂ ਦਾ, ਗੁਰੂ ਦੇ ਸਿੱਖਾਂ ਦਾ, ਕਿ ਇਹਨਾਂ ਦੇ ਮਨ 'ਚ ਉਤਸ਼ਾਹ ਪੈਦਾ ਹੋਇਆ, ਮਨ 'ਚ ਚਾਹ ਆਇਆ ਕਿ ਅਗਰ ਸਿੱਖ ਇਹੋ ਜਿਹੇ ਨੇ ਤੇ ਇਹਨਾਂ ਦੇ ਗੁਰੂ ਕਿਹੋ ਜਿਹੇ ਹੋਣਗੇ। ਤੇ ਇਹਨਾਂ ਨੇ ਆਪਣੇ ਗੁਰੂ ਸਿੱਖਾਂ, ਆਪਣੇ ਮਿੱਤਰਾਂ ਨੂੰ ਕਿਹਾ ਕਿ ਤੁਸੀਂ ਮੈਨੂੰ ਗੁਰੂ ਸਾਹਿਬਾਨ ਦੇ ਦਰਸ਼ਨਾਂ ਵਾਸਤੇ ਲੈ ਕੇ ਜਾਓ। ਜਦੋਂ ਇਹ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦੇ ਕੋਲ ਉਹਨਾਂ ਦੇ ਦਰਸ਼ਨਾਂ ਵਾਸਤੇ ਜਾਂਦੇ ਨੇ, ਤੇ ਫਿਰ ਉਹਨਾਂ ਦੇ ਸਿੱਖ ਬਣ ਕੇ ਹੀ ਰਹਿ ਜਾਂਦੇ ਨੇ ਸੰਗਤ ਜੀ। ਉਹਨਾਂ ਦੇ ਨਾਲ ਰਹਿ ਕੇ ਇਹ ਫਿਰ ਜਪਜੀ ਸਾਹਿਬ ਦਾ ਪਾਠ ਕਰਨ ਲੱਗ ਪੈਂਦੇ ਨੇ। ਸੰਗਤ ਜੀ ਜਪਜੀ ਸਾਹਿਬ ਦਾ ਪਾਠ ਕਰਦੇ 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 ਇਹਨਾਂ ਤੇ ਇੰਨਾ ਰੰਗ ਚੜਦਾ ਹੈ, ਇਹਨਾਂ ਦੇ ਨਾਮ ਦਾ ਇਹ ਇੰਨੇ ਰੰਗੇ ਜਾਂਦੇ ਨੇ ਕਿ ਇਹਨਾਂ ਦਾ ਫਿਰ ਨਿਤਨੇਮ ਹੋ ਜਾਂਦਾ ਹੈ 21 ਜਪਜੀ ਸਾਹਿਬ ਦਾ ਪਾਠ ਕਰਨਾ ਨਿੱਤਾ ਪ੍ਰਤੀ। ਇੱਕ ਵਾਰੀ ਕੀ ਹੁੰਦਾ ਹੈ, ਕਿਸੇ ਦੇ ਘਰ ਪਾਤਸ਼ਾਹ ਦਾ ਲੰਗਰ ਪ੍ਰਸ਼ਾਦਾ ਹੁੰਦਾ ਹੈ, ਕਿਸੇ ਕੁਮਾਰ ਦੇ ਘਰ, ਤੇ ਜਦੋਂ ਪਾਤਸ਼ਾਹ ਜਾਂਦੇ ਨੇ ਤੇ ਉੱਥੇ ਲੰਗਰ ਫਤਿਹ ਹੋ ਜਾਂਦਾ ਹੈ। ਤੇ ਜਦੋਂ ਲੰਗਰ ਫਤਿਹ ਹੋ ਜਾਂਦਾ ਤੇ ਇਹ ਲੱਖੂ ਮੱਲ ਜੀ ਬੜੀ ਲੇਟ ਪਹੁੰਚਦੇ ਨੇ, ਤੇ ਉੱਥੇ ਦੇਖਦੇ ਕਿ ਲੰਗਰ ਫਤਿਹ ਹੋ ਗਿਆ, ਤੇ ਕਹਿੰਦੇ ਜੀ ਮੈਂ ਤੇ ਲੰਗਰ ਛਕਣਾ। ਪਰ ਸੰਗਤ ਜੀ ਇਹ ਲੰਗਰ ਉਹਨਾਂ ਦੇ ਹੱਥੋਂ ਹੀ ਛਕਦੇ ਹੁੰਦੇ ਸੀ ਜਿਨ੍ਹਾਂ ਨੂੰ ਜਪਜੀ ਸਾਹਿਬ ਕੰਠ ਹੁੰਦਾ ਸੀ। ਇਹਨਾਂ ਨੇ ਆਪਣੇ ਮौज ਮਸਤੀ 'ਚ ਸੰਗਤ ਜੀ ਜੋ ਭਗਤ ਹੁੰਦੇ ਨੇ, ਉਹ ਜ਼ਰੂਰੀ ਨਹੀਂ ਹੁੰਦਾ ਕਿ ਇੱਕ ਜਗ੍ਹਾ ਬੈਠ ਕੇ ਉਹ ਸਮਾਧੀ ਲਗਾ ਲੈਣ। ਜਿਹੜੇ ਭਗਤ ਇਹੋ ਜਿਹੇ ਵੀ ਹੁੰਦੇ ਨੇ ਜਿਹੜੇ ਕਿ ਤੁਰਦੇ ਫਿਰਦੇ, ਜਿਨ੍ਹਾਂ ਦੇ ਅੰਦਰ ਬਾਣੀ ਚੱਲਣ ਲੱਗ ਪੈਂਦੀ ਹੈ। ਇਹਨਾਂ ਦੀ ਇਹ ਅਵਸਥਾ ਹੋ ਗਈ ਸੀ ਕਿ ਇਹਨਾਂ ਦੇ ਮੁਖ ਤੋਂ ਕੋਈ ਵੀ ਬਚਨ ਖਾਲੀ ਨਹੀਂ ਜਾਂਦਾ ਸੀ।
ਜੋ ਮੁਖ ਤੋਂ ਬਚਨ ਬੋਲ ਦਿੰਦੇ ਹੁੰਦੇ ਸੀ, ਜੋ ਮੁਖ ਤੋਂ ਕਹਿ ਦਿੰਦੇ ਹੁੰਦੇ ਸੀ, ਉਹ ਬਚਨ ਪੂਰਾ ਹੁੰਦਾ ਸੀ। ਬਾਣੀ ਦਾ ਰੰਗ ਇਹਨਾਂ ਤੇ ਇੰਨਾ ਚੜ ਗਿਆ ਸੀ ਸੰਗਤ ਜੀ। ਤੇ ਇਹ ਜਦੋਂ ਘੁੰਮਦੇ ਫਿਰਦੇ ਇਹਨਾਂ ਨੇ ਜਿਹੜੇ ਕਿਤੇ ਵੀ ਗਲੀ 'ਚ ਚਲੇ ਜਾਣਾ, ਔਰ ਜਿੱਥੇ ਵੀ ਇਹਨਾਂ ਨੂੰ ਭੁੱਖ ਲੱਗਣੀ, ਇਹਨਾਂ ਨੇ ਘਰ ਵੇਖ ਕੇ, ਗੁਰੂ ਸਿੱਖ ਦਾ ਘਰ ਵੇਖ ਕੇ ਜਾ ਕੇ ਦਰਵਾਜ਼ੇ ਦੇ ਕੋਲ ਖੜੇ ਹੋ ਜਾਣਾ, ਕਹਿਣਾ ਭੈਣਾ ਪ੍ਰਸ਼ਾਦਾ ਛਕਾ ਦੋ। ਅੰਦਰੋਂ ਆਵਾਜ਼ ਆਣੀ, ਬਾਬਾ ਜੀ ਬੈਠੋ, ਮੈਂ ਹੁਣੇ ਪ੍ਰਸ਼ਾਦਾ ਲੈ ਕੇ ਆਨੀ ਆ। ਤੇ ਇਹਨਾਂ ਨੇ ਫਿਰ ਕੀ ਕਹਿਣਾ, ਭੈਣਾ ਇੱਧਰ ਆ, ਪਹਿਲਾਂ ਮੈਨੂੰ ਦੱਸ ਤੈਨੂੰ ਜਪਜੀ ਸਾਹਿਬ ਆਂਦਾ ਹੈ ਕਿ ਨਹੀਂ। ਜੇ ਤੇ ਉਹਨਾਂ ਨੇ ਕਹਿ ਦੇਣਾ ਹਾਂਜੀ ਆਂਦਾ ਹੈ, ਤੇ ਕਹਿਣਾ ਸੁਣਾ ਫਿਰ ਪਹਿਲਾਂ ਬੈਠ ਕੇ। ਜੇ ਉਹਨਾਂ ਨੂੰ ਜਪਜੀ ਸਾਹਿਬ ਕੰਠ ਹੋਣਾ, ਤਾਂ ਹੀ ਉਹਨਾਂ ਦੇ ਹੱਥ ਦਾ ਇਹ ਲੰਗਰ ਪ੍ਰਸ਼ਾਦਾ ਖਾਂਦੇ ਸੀ ਲਖੂਮਲ ਜੀ। ਜੇ ਉਹਨਾਂ ਨੂੰ ਜਪਜੀ ਸਾਹਿਬ ਕੰਠ ਨਾ ਹੋਣਾ, ਤੇ ਸੰਗਤ ਜੀ ਇਹਨਾਂ ਨੇ ਕਹਿਣਾ ਜਾ ਭੈਣੇ ਪਹਿਲਾਂ ਜਪਜੀ ਸਾਹਿਬ ਕੰਠ ਕਰ, ਤੇਰੇ ਹੱਥੋਂ ਮੈਂ ਫਿਰ ਪ੍ਰਸ਼ਾਦਾ ਛਕਾਂਗਾ। ਤੇ ਸੰਗਤ ਜੀ ਐਨੇ ਸੂਰਮੇ ਔਰ ਐਨੇ ਬਲਸ਼ਾਲੀ, ਐਨੇ ਗਿਆਨੀ, ਇਹਨਾਂ ਦਾ ਜੋ ਬਰਛਾ, ਉਹਨੂੰ ਕਹਿੰਦੇ ਨੇ ਸਾਂਗ। ਬਰਛਾ ਤੇ ਹੁੰਦਾ ਸੰਗਤ ਜੀ ਸਿਰਫ ਅੱਗੇ ਦਾ ਪੋਰਸ਼ਨ ਉਹ ਲੋਹੇ ਦਾ ਹੁੰਦਾ, ਪਰ ਜੋ ਇਹ ਜੋ ਸਾਂਗ ਹੁੰਦਾ ਹੈ, ਉਹਦਾ ਪਿੱਛੇ ਦਾ ਵੀ ਪੂਰਾ ਪਾਰਟ, ਜੋ ਲੱਕੜੀ ਦਾ ਲੱਕੜ ਹੁੰਦੀ ਹੈ, ਉਹ ਵੀ ਪੂਰੀ ਲੋਹੇ ਦੀ ਹੁੰਦੀ ਹੈ। ਇਹਨਾਂ ਦਾ ਜੋ ਯੁੱਧ ਦੇ ਵਿੱਚ ਇਹ ਜੋ ਸਾਂਗ ਯੂਜ਼ ਕਰਦੇ ਹੁੰਦੇ ਸੀ, ਉਹ 1.25 ਮਣ ਦਾ ਸਾਂਗ ਹੁੰਦਾ ਸੀ ਸੰਗਤ ਜੀ। ਔਰ ਜਿਹਨੂੰ ਵੀ ਇਹਨਾਂ ਨੇ ਉਹ ਮਾਰਨਾ, ਜਿਹਦੇ ਤੇ ਵੀ ਉਹ ਵਾਰ ਕਰਨਾ, ਉਹਨਾਂ ਨੇ ਉਹਦੇ ਘੋੜੇ ਨੂੰ, ਉਸ ਮਨੁੱਖ ਨੂੰ ਘੋੜੇ ਦੀ ਕਾਠੀ ਦੇ ਸਮੇਤ ਉਹਦੇ 2 ਟੁਕੜੇ ਕਰ ਦਿੰਦੇ ਹੁੰਦੇ ਸੀ ਸੰਗਤ ਜੀ। ਇਹਨਾਂ ਦੇ ਨਿਸ਼ਾਨਾ ਦੇਖ ਕੇ, ਇਹਨਾਂ ਦੀ ਸਫੁਰਤੀ ਦੇਖ ਕੇ, ਇਹਨਾਂ ਦਾ ਹੌਸਲਾ ਦੇਖ ਕੇ ਦੁਸ਼ਮਣਾ ਤੁਰਕਾਂ ਦੇ ਤੇ ਉਹਨਾਂ ਦੇ ਉਹ ਤੇ ਪਿੱਛੇ ਹਟਣ ਲੱਗ ਪਏ। ਉਹ ਤੇ ਪਿੱਛੇ ਹਟਣ ਲੱਗ ਪਏ ਸੰਗਤ ਜੀ। ਜਾਨ ਕਿਹਨੂੰ ਪਿਆਰੀ ਨਹੀਂ ਹੁੰਦੀ। ਉਹ ਤੇ ਸੋਚਦੇ ਸੀ ਕਿ ਅਸੀਂ ਤੇ ਇੰਨੇ ਸਾਰੇ ਜਾਣੇ ਆ, ਇਹ ਤੇ ਥੋੜੇ ਜਿਹੇ ਜਾਣੇ ਆ, ਅਸੀਂ ਤੇ ਇਹਨਾਂ ਨੂੰ ਰਾਤ ਚ ਹੀ, ਇਹਨਾਂ ਨੂੰ ਤੇ ਅਸੀਂ ਘੰਟੇ ਚ ਹੀ ਇਹਨਾਂ ਨੂੰ ਪਕੜ ਲੈਣਾ, ਅਸੀਂ ਤੇ ਬੰਦੀ ਬਣਾ ਲਾਂਗੇ ਸਾਰਿਆਂ ਨੂੰ। ਉਹਨਾਂ ਨੂੰ ਪਤਾ ਨਹੀਂ ਸੀ ਕਿ ਇਹ ਤੇ ਸਰਵ ਕਲਾ ਸਮਰੱਥ ਤੇ ਗੁਰੂ ਦੇ ਸਾਰੇ ਸਿੱਖ ਨੇ। ਤੇ ਉਹ ਜਦੋਂ ਦੇਖਦੇ ਨੇ ਕਿ ਇਹਨਾਂ ਦਾ ਕੋਈ ਨਿਸ਼ਾਨਾ ਖਾਲੀ ਨਹੀਂ ਜਾ ਰਿਹਾ, ਔਰ ਉਹਨਾਂ ਦੀ ਭਾਰੀ ਜੋ ਉਹਨਾਂ ਦੀ ਫੌਜ ਸੀ, ਉਹ ਤੇ ਜਾਂਦੇ, ਉਹ ਤੇ ਮਰ ਗਈ, ਖਤਮ ਹੋ ਚੁੱਕੀ ਹੁੰਦੀ ਹੈ, ਭਾਰੀ ਫੌਜ ਦਾ ਨੁਕਸਾਨ ਹੋ ਜਾਂਦਾ। ਇਹ ਸਭ ਦੇਖ ਕੇ ਦੁਸ਼ਮਣਾਂ ਦੇ ਹੌਸਲੇ ਪਸਤ ਹੋ ਜਾਂਦੇ ਨੇ। ਉਹ ਨਾ, ਕੋਈ ਛੁਪੀ ਜਾਂਦਾ, ਕੋਈ ਦੌੜੀ ਜਾਂਦਾ, ਜੋ ਡਿੱਗ ਜਾਂਦਾ ਉਹ ਜਾਣ ਕੇ ਉੱਠਦਾ ਨਹੀਂ ਕਿ ਵੀ ਮੈਂ ਮਰ ਗਿਆ। ਤੇ ਉਹ ਕੁਤੁਬ ਖਾਨ ਨੂੰ, ਇਹ ਜੋ ਇਹਨਾਂ ਦੇ ਉਹ ਜਰਨੈਲ ਹੁੰਦੇ ਨੇ, ਇਹਨਾਂ ਨੂੰ ਗੁੱਸਾ ਆਉਣ ਲੱਗ ਪੈਂਦਾ, ਕੁਤੁਬ ਖਾਨ ਨੂੰ, ਕਾਲੇ ਖਾਨ ਨੂੰ। ਇਹ ਗੁੱਸਾ ਉਹਨਾਂ ਨੂੰ ਗੁੱਸਾ ਕਰਦਾ ਹੈ, ਉਹਨਾਂ ਨੂੰ ਕਬੂਲ ਬੋਲਦਾ ਹੈ, ਕਹਿੰਦਾ ਤੁਸੀਂ ਬਾਦਸ਼ਾਹ ਦਾ ਖਾਂਦੇ ਹੋ, ਬਾਦਸ਼ਾਹ ਦੀ ਨੌਕਰੀ ਕਰਦੇ ਹੋ, ਫਿਰ ਤੁਸੀਂ ਆਪਣੀ ਜਾਨਾਂ ਦੀ ਤੁਹਾਨੂੰ ਇੰਨੀ ਜ਼ਿਆਦਾ ਪਰਵਾਹ ਹੈ। ਜੇ ਤੁਹਾਨੂੰ ਇੰਨੀ ਜ਼ਿਆਦਾ ਜਾਨ ਦੀ ਤੁਹਾਨੂੰ ਪਿਆਰੀ ਸੀ, ਤੇ ਤੁਸੀਂ ਫੌਜ ਦੀ ਨੌਕਰੀ ਕਿਉਂ ਕੀਤੀ। ਕਹਿੰਦੇ ਲੈ ਉਹ ਬੰਦੇ ਹੀ ਕਿੰਨੇ ਨੇ, 1800 ਸਿੱਖ ਨੇ, ਤੁਸੀਂ ਤੇ 80,000, 1 ਲੱਖ ਦੀ ਫੌਜ ਹੈ, ਇੱਕ ਵਾਰੀ ਚ ਇਕੱਠੇ ਜਾਓ ਔਰ ਤੁਸੀਂ ਗੁਰੂ ਨੂੰ ਫੜ ਕੇ ਲੈ। ਪੈਂਦੇ ਖਾਂ ਕੀ ਕਹਿੰਦਾ, ਕਹਿੰਦਾ ਗੁਰੂ ਨੂੰ ਤੇ ਮੈਂ ਹੀ ਫੜ ਲਾਂਗਾ, ਬਾਕੀ ਤੇ ਤੁਸੀਂ ਸਾਰੇ ਜਾਣੇ ਤੁਸੀਂ ਵੇਖ ਲਓ। ਸਾਰੇ ਜਾਣੇ ਉੱਥੇ ਕੋਸ਼ਿਸ਼ ਕਰ ਰਹੇ ਹੁੰਦੇ ਨੇ ਕਿ ਕਿਸੇ ਨਾ ਕਿਸੇ ਤਰ੍ਹਾਂ ਅਸੀਂ ਗੁਰੂ ਨੂੰ ਪਕੜ ਲਈਏ, ਅਸੀਂ ਐਂਟਰ ਹੀ ਕਰ ਲਈਏ ਕਰਤਾਰਪੁਰ ਸਾਹਿਬ। ਜਦੋਂ ਦੇਖਦਾ ਉੱਥੇ ਇੱਕ ਹੋਰ ਜਰਨੈਲ ਹੁੰਦਾ ਹੈ, ਜਿਹੜਾ ਕਿ 20,000 ਦੀ ਟੁਕੜੀ ਲੈ ਕੇ ਆਇਆ ਹੁੰਦਾ ਹੈ, 20,000 ਆਪਣੇ ਸੂਰਮੇ ਲੈ ਕੇ ਆਇਆ ਹੁੰਦਾ ਫੌਜੀ। ਉਹ ਦੇਖਦਾ ਹੈ ਕਿ ਜਦੋਂ ਇਹ ਕਾਲੇ ਖਾਂ ਗੁੱਸੇ ਚ ਆ ਗਿਆ, ਔਰ ਫੌਜਾਂ ਵੀ ਡਰੀ ਜਾ ਰਹੀਆਂ ਨੇ, ਸੈਨਿਕ ਸਾਰੇ ਸਿਪਾਹੀ ਡਰੀ ਜਾਂਦੇ ਨੇ, ਕਿਉਂਕਿ ਉੱਥੇ ਕਿਸੇ ਦੀ ਕੱਟੇ ਫੱਟੇ, ਕੋਈ ਪਾਣੀ ਮੰਗ ਰਿਹਾ, ਕੋਈ ਖੂਨ ਚੋ ਰਿਹਾ ਹੈ, ਜਿਹੜਾ ਉਹਦੇ ਚ ਜਦੋਂ ਇਹ ਪੜੋ, ਜਦੋਂ ਪੂਰਾ ਇਹ ਸੁਣੋ, ਵਰਤਾਂਤ ਸੁਣੋ ਇਹ ਪੂਰਾ, ਤੇ ਸੰਗਤ ਜੀ ਉਹਦੇ ਚ ਲਿਖਿਆ ਹੈ ਸੂਰਜ ਪ੍ਰਕਾਸ਼ ਚ
कवि संतोख सिंह ने लिखा है कि मिट्टी और खून दा एक गारा बनी जा रहा सी। ਇੰਨਾ खून ਉੱਥੇ ਡੁੱਲ ਰਿਹਾ ਸੀ, ਕੋਈ ਪਾਣੀ ਪਾਣੀ ਮੰਗ ਰਿਹਾ, ਕੋਈ ਹਾਏ ਹਾਏ ਕਰ ਰਿਹਾ, ਕੋਈ ਇੱਧਰ ਉੱਧਰ ਘੋੜੇ ਦੌੜ ਰਹੇ ਨੇ। ਉਹ ਸੋਚ ਕੇ ਵੀ ਅਸੀਂ ਸੋਚ ਵੇਖ ਕੇ ਵੀ ਉਹ ਸੋਚ ਨਹੀਂ ਸਕਦੇ ਕਿ ਉੱਥੇ ਦਾ ਕੀ ਵਰਤਾਰਾ ਹੋ ਰਿਹਾ ਹੋਏਗਾ। ਜਦੋਂ ਦੇਖਦੇ ਆ ਕਿ ਫੌਜ ਦਾ ਇੰਨਾ ਭਾਰੀ ਨੁਕਸਾਨ ਹੋ ਗਿਆ, ਤੇ ਦੂਸਰਾ ਜਰਨੈਲ ਜੋ ਇਹਨਾਂ ਦੇ ਨਾਲ ਆਇਆ ਹੁੰਦਾ ਹੈ, ਉਹ 20,000 ਆਪਣੇ ਸਿਪਾਹੀ ਲੈ ਕੇ ਉਹ ਅੱਗੇ ਵੱਧਦਾ ਹੈ। ਉਹ ਕਹਿੰਦਾ ਹੈ ਕਿ ਮੈਂ ਆਪਣੇ ਉਹਨਾਂ ਨੂੰ ਭੇਜਦਾ ਕਿ ਜਾਓ ਤੁਸੀਂ ਜਾ ਕੇ ਅੱਗੇ ਵਧੋ। ਜਦੋਂ ਅੱਗੇ ਵੱਧਦੇ ਨੇ ਸੰਗਤ ਜੀ, ਸਿੱਖਾਂ ਦਾ ਤੇ ਕੋਈ ਵੀ ਵਾਰ ਖਾਲੀ ਨਹੀਂ ਜਾ ਰਿਹਾ ਹੁੰਦਾ, ਤੇ ਲਖੂਮਲ ਜੀ ਇੱਕ ਚਟਾਨ ਬਣ ਕੇ ਸਾਹਮਣੇ ਖੜੇ ਹੁੰਦੇ ਨੇ ਔਰ ਸਿੱਖ ਵੀ ਲਲਕਾਰੀ ਜਾ ਰਹੇ ਨੇ। ਕਹਿੰਦੇ ਆਓ ਆਓ, ਆ ਕੇ ਤੇ ਵੇਖੋ, ਤੁਸੀਂ ਅੱਗੇ ਆ ਕੇ ਤੇ ਦੇਖੋ, ਇਹ ਦੁਸ਼ਮਣ ਪਸਤ ਹੋਈ ਜਾ ਰਹੇ ਨੇ, ਇਹਨਾਂ ਦੇ ਹੌਸਲੇ। ਕਾਲੇ ਖਾਂ, ਪੈਂਦੇ ਖਾਂ ਇਹ ਦੇਖਦੇ ਨੇ ਕਿ ਫੌਜ ਦਾ ਤੇ ਬੜਾ ਨੁਕਸਾਨ ਹੋ ਗਿਆ ਹੈ। ਇਹ ਆਪਸ ਚ ਗੱਲਾਂ ਕਰਦੇ ਨੇ, ਕਹਿੰਦੇ ਤੁਸੀਂ ਤੇ ਕਹਿੰਦੇ ਸੀ ਕਿ ਗੁਰੂ ਨੂੰ ਅਸੀਂ ਘੰਟੇ ਚ ਫੜ ਲਾਂਗੇ, ਉਹਨਾਂ ਦੀਆਂ ਜਿਹੜੀਆਂ ਫੌਜਾਂ ਨੇ ਉਹਨਾਂ ਨੂੰ ਅਸੀਂ ਮਿੰਟਾਂ ਸਕਿੰਟਾਂ ਚ ਅਸੀਂ ਉਹਨਾਂ ਨੂੰ ਮਾਰ ਦਾਂਗੇ, ਤੁਸੀਂ ਅੱਗੇ ਵਧੋ ਅੱਗੇ ਵਧੋ। ਤੇ ਸੰਗਤ ਜੀ, ਇਹ ਜੋ 20,000 ਦੇ ਉੱਤੇ ਵੀ ਇਹ 900 ਸਿੱਖ ਭਾਰੀ ਪੈ ਰਹੇ ਸੀ। ਸੰਗਤ ਜੀ, ਇੰਨਾ ਕੁ ਅਸੀਂ ਅੱਜ ਕਰਾਂਗੇ, ਕਿਉਂਕਿ ਅਗਰ ਅਸੀਂ ਬਾਬਾ ਗੁਰਦਿੱਤਾ ਜੀ ਦਾ ਸ਼ੁਰੂ ਕਰ ਲਿਆ, ਉਹ ਫਿਰ ਸਮੇਂ ਹੋ ਜਾਏਗਾ ਤੇ ਉਹ ਫਿਰ ਸਾਨੂੰ ਸਾਖੀ ਨਾ ਵਿੱਚ ਛੱਡਣੀ ਪਏਗੀ। ਤੇ ਅੱਜ ਦਾ ਅਸੀਂ ਜੇ ਜੰਗ ਦੀ ਗੱਲਾਂ ਹੈ, ਅਸੀਂ ਅੱਜ ਇੱਥੇ ਹੀ ਅਸੀਂ ਛੱਡਦੇ ਹਾਂ, ਇੱਥੇ ਹੀ ਅਸੀਂ ਸਮਾਪਤੀ ਕਰਦੇ ਹਾਂ। ਇਸ ਤੋਂ ਬਾਅਦ ਗੁਰਦਿੱਤਾ ਜੀ ਜਦੋਂ ਜੰਗ 'ਚ ਲੜਨ ਜਾਂਦੇ ਨੇ, ਉਹਨਾਂ ਦਾ ਸਾਹਮਣਾ ਹੁੰਦਾ ਹੈ ਪੈਂਦੇ ਖਾਂ ਦੇ ਜਵਾਈ ਦੇ ਨਾਲ। ਉਹ ਜਦੋਂ ਦੇਖਦਾ ਹੈ ਕਿ ਪੈਂਦੇ ਖਾਂ ਦਾ ਜਵਾਈ ਸਾਹਮਣੇ ਆ ਰਿਹਾ ਤੇ ਉਹਨਾਂ ਨੂੰ ਲਲਕਾਰਦਾ ਹੈ, ਕਿਉਂਕਿ ਇਹ ਸਿੱਖਾਂ ਨੇ ਡਟ ਕੇ ਮੁਕਾਬਲਾ ਕਰ ਰਹੇ ਹੁੰਦੇ ਨੇ ਕਿ ਸਵੇਰ ਦੇ 11 ਵੱਜ ਜਾਂਦੇ ਨੇ, ਦਿਨ ਚੜ ਜਾਂਦਾ ਹੈ, 11 ਵੱਜ ਜਾਂਦੇ ਨੇ ਇਹ, ਔਰ ਕੋਈ ਵੀ ਦੁਸ਼ਮਣ ਦਾ ਇੱਕ ਵੀ ਬੰਦਾ ਕਰਤਾਰਪੁਰ ਸਾਹਿਬ 'ਚ ਐਂਟਰ ਨਹੀਂ ਕਰ ਪਾਉਂਦਾ। ਤੇ ਕਾਲੇ ਖਾਂ, ਕੁਤੁਬ ਖਾਂ ਨੂੰ ਬੜਾ ਗੁੱਸਾ ਆਉਂਦਾ, ਤੇ ਗੁਰਦਿੱਤਾ ਜੀ ਜਦੋਂ ਦੇਖਦੇ ਨੇ ਪੈਂਦੇ ਖਾਨ ਦਾ ਜੋ ਜਵਾਈ ਅਸਮਾਨ ਖਾਨ, ਉਹਨੂੰ ਆਵਾਜ਼ ਮਾਰਦੇ, ਕਹਿੰਦੇ ਅਸਮਾਨ ਖਾਨ ਤੂੰ ਕਿੱਥੇ ਜਾ ਰਿਹਾ? ਔਰ ਜਦੋਂ ਅਸਮਾਨ ਖਾਨ ਦੇਖਦਾ ਹੈ ਬਾਬਾ ਗੁਰਦਿੱਤਾ ਜੀ ਨੂੰ, ਇਹ ਪਹਿਲੀ ਵਾਰ ਜੀ ਇਹ ਤੀਰ ਕੰਨ ਤੱਕ ਖਿੱਚ ਕੇ ਤੀਰ ਛੱਡ ਦਿੰਦਾ ਬਾਬਾ ਗੁਰਦਿੱਤਾ ਜੀ ਤੇ। ਬਾਬਾ ਗੁਰਦਿੱਤਾ ਜੀ ਨੂੰ ਨਹੀਂ ਲੱਗਦਾ, ਉਹਦਾ ਤੀਰ ਦਾ ਜਵਾਬ ਬਾਬਾ ਗੁਰਦਿੱਤਾ ਜੀ ਵੀ ਤੀਰ ਨਾਲ ਦਿੰਦੇ ਨੇ। ਜਦੋਂ ਤੀਰ ਨਾਲ ਦਿੰਦੇ ਨੇ ਸੰਗਤ ਜੀ, ਹੁਣ ਇਹ ਤੇ ਹੈ ਨਹੀਂ ਕਿ ਇੱਕ ਜਗ੍ਹਾ ਖੜੇ ਰਹਿਣਗੇ ਔਰ ਇੱਕ ਦੂਜੇ ਤੇ ਤੀਰ ਮਾਰਨਗੇ। ਘੋੜਾ ਕਦੀ ਅੱਗੇ, ਕਦੀ ਪਿੱਛੇ, ਕਦੀ ਸਾਈਡ ਤੇ ਇੱਕ ਦੂਜੇ ਨੂੰ ਤੀਰ ਮਾਰਨ ਦੀ ਕੋਸ਼ਿਸ਼ ਕਰਦੇ ਨੇ। ਔਰ ਅਸਮਾਨ ਖਾਨ ਹਰ ਇੱਕ ਤੀਰ ਇਹ ਸੋਚ ਕੇ ਮਾਰਦਾ ਹੈ ਕਿ ਇਹ ਤੀਰ ਬਾਬਾ ਗੁਰਦਿੱਤਾ ਜੀ ਨੂੰ ਮਾਰ ਦੇਗਾ। ਪਰ ਗੁਰਦਿੱਤਾ ਜੀ ਤੇ ਆਪ ਵਾਹਿਗੁਰੂ ਰਾਖੀ ਕਰ ਰਹੇ ਹੁੰਦੇ ਨੇ, ਅਕਾਲ ਪੁਰਖ ਤੇ ਆਪ ਰਾਖੀ ਕਰ ਰਹੇ ਹੁੰਦੇ ਨੇ। ਉਹਨਾਂ ਦਾ ਤੇ ਜਿਸ ਦਾ ਸਾਹਿਬ ਡਾਡਾ ਹੋਏ ਤੇ ਵਾਹਿਗੁਰੂ ਉਹਨਾਂ ਦੀ ਆਪ ਕਰ ਰਹੇ ਹੁੰਦੇ ਨੇ ਰੱਖਿਆ। ਤੇ ਬਾਬਾ ਗੁਰਦਿੱਤਾ ਜੀ, ਇਹ ਅਸਮਾਨ ਖਾਨ, ਇਹਨੂੰ ਚੜਦਾ ਬੜਾ ਗੁੱਸਾ ਕਿ ਮੇਰੇ ਤੇ ਸਾਰੇ ਤੀਰ ਖਾਲੀ ਜਾਈ ਜਾ ਰਹੇ ਨੇ। ਇਹ ਫਿਰ ਕੀ ਕਰਦਾ ਹੈ, ਇੱਕ ਤੀਰ ਕੱਢਦਾ ਆਪਣੇ ਪੱਤੇ ਚੋਂ, ਜਿਹੜਾ ਕਿ ਕੋਬਰਾ, ਨਾਗਿਨ ਵਗੈਰਾ। ਸੰਗਤ ਜੀ, ਅਸੀਂ ਵੀ ਦੇਖਦੇ ਹਾਂ ਨਾ, ਜਦੋਂ ਇਹ ਮਹਾਭਾਰਤ ਆਂਦੀ ਹੁੰਦੀ ਸੀ, ਇਹਦੇ ਚ ਦਿਖਾਉਂਦੇ ਸੀ ਤਰ੍ਹਾਂ ਤਰ੍ਹਾਂ ਦੇ ਤੀਰ, ਤੇ ਉਹਦੇ ਚ ਵੀ ਸੂਰਜ ਪ੍ਰਕਾਸ਼ ਚ ਵੀ ਲਿਖਿਆ ਹੈ ਕਿ ਨਾਗਿਨ ਕੋਬਰਾ ਦੀ ਤਰ੍ਹਾਂ ਇੱਕ ਤੀਰ ਕੱਢਦਾ ਹੈ ਔਰ ਖਿੱਚ ਕੇ ਮਾਰਦਾ ਹੈ ਬਾਬਾ ਗੁਰਦਿੱਤਾ ਜੀ ਤੇ। ਉਹ ਤੀਰ ਜਾ ਕੇ ਲੱਗਦਾ ਹੈ ਬਾਬਾ ਗੁਰਦਿੱਤਾ ਜੀ ਦੀ ਘੋੜੇ ਦੀ ਕਾਠੀ ਤੇ। ਜਦੋਂ ਘੋੜੇ ਦੀ ਕਾਠੀ ਤੇ ਲੱਗਦਾ ਹੈ ਤੇ ਬਾਬਾ ਜੀ ਚ ਫਿਰ ਵੀਰ ਰਸ ਆ ਜਾਂਦਾ। ਸੰਗਤ ਜੀ, ਉਹ ਬ੍ਰਹਮ ਗਿਆਨੀ ਤੇ ਸੀਗੇ, ਗਿਆਨ ਚ ਤੇ ਉਹ ਨਿਪੁੰਨ ਸੀਗੇ, ਗਿਆਨ ਵਿੱਚ ਤੇ ਉਹ ਪੂਰੇ ਸੀਗੇ, ਪਰ ਉਹ ਸੂਰਬੀਰਤਾ ਵਿੱਚ ਵੀ ਪੂਰੇ ਸੀ।
ਉਹ ਜਦੋਂ ਉਹ ਇੰਨੇ ਨਿਪੁੰਨ ਸੀ, ਕਿਉਂਕਿ ਸ਼ਕਤੀਆਂ ਸੀ ਉਹਨਾਂ ਦੇ ਵਿੱਚ, ਔਰ ਬਾਬਾ ਗੁਰਦਿੱਤਾ ਜੀ ਨੂੰ ਵਰ ਸੀ ਕਿ ਧੰਨ ਧੰਨ ਬਾਬਾ ਗੁਰਦਿੱਤਾ ਜੀ, ਧੰਨ ਧੰਨ ਬਾਬਾ ਗੁਰਦਿੱਤਾ ਜੀ ਕਿ ਹਾਂ, ਦੀਨ ਦੁਨੀ ਦਾ ਟਿੱਕਾ ਜੀ, ਜੋ ਵਰ ਮੰਗਿਆ ਸੋ ਵਰ ਦਿੱਤਾ ਜੀ। ਉਹਨਾਂ ਨੂੰ ਇਹ ਵਰ ਦਿੱਤਾ ਹੋਇਆ ਸੀ। ਉਹ ਤੇ ਬਹੁਤ ਬ੍ਰਹਮ ਗਿਆਨੀ ਸੀ। ਜਦੋਂ ਉਹਨਾਂ ਨੂੰ ਵੀਰ ਰਸ ਜਾਗ ਜਾਂਦਾ ਹੈ ਤੇ ਸੰਗਤ ਜੀ ਉਹ ਵੀ ਫਿਰ ਇੱਕ ਆਪਣੇ ਪੱਤੇ ਚੋਂ ਇੱਕ ਤੀਰ ਕੱਢਦੇ ਨੇ। ਤੀਰ ਖਪਰਾ ਤੀਰ, ਇਹ ਸਾਰੇ ਸੰਗਤ ਜੀ ਇੱਕ ਵਿਸ਼ੇਸ਼ ਤੀਰ ਹੁੰਦੇ ਨੇ ਜੋ ਕਿ ਸੂਰਜ ਪ੍ਰਕਾਸ਼ ਦੇ ਵਿੱਚ ਇਹਨਾਂ ਦਾ ਸਾਰਿਆਂ ਦਾ ਨਾਮ ਦਿੱਤਾ ਗਿਆ ਹੈ। ਇਹ ਅੱਗੋਂ ਦੀ ਚੌੜਾ ਤੀਰ ਹੁੰਦਾ ਹੈ। ਬਾਬਾ ਜੀ ਜਦੋਂ ਖਿੱਚ ਕੇ ਕੰਨ ਤੱਕ ਖਿੱਚ ਕੇ ਜਦੋਂ ਇਹ ਤੀਰ ਛੱਡਦੇ ਨੇ, ਅਸਮਾਨ ਖਾਨ ਦੇ ਮੱਥੇ 'ਚ ਜਾ ਕੇ ਵੱਜਦਾ ਹੈ ਔਰ ਪਿੱਛੋਂ ਖੋਪੜੀ ਚੋਂ ਜਾ ਕੇ ਇਹ ਨਿਕਲ ਜਾਂਦਾ, ਔਰ ਇਹ ਅਸਮਾਨ ਖਾਨ ਘੋੜੇ ਤੋਂ ਨੀਚੇ ਗਿਰ ਜਾਂਦਾ। ਜਦੋਂ ਘੋੜੇ ਤੋਂ ਨੀਚੇ ਗਿਰ ਜਾਂਦਾ ਹੈ ਤੇ ਬਾਬਾ ਗੁਰਦਿੱਤਾ ਜੀ ਵੀ ਆਪਣੇ ਘੋੜੇ ਤੋਂ ਉਤਰ ਜਾਂਦੇ ਨੇ। ਸੰਗਤ ਜੀ ਉਹ ਉਹਨਾਂ ਦੇ ਕੋਲ ਜਾਂਦੇ ਨੇ, ਉਹਨਾਂ ਦੇ ਮਨ 'ਚ ਕਰੁਣਾ ਆ ਜਾਂਦੀ ਹੈ। ਕਿਉਂ ਆ ਜਾਂਦੀ ਹੈ ਕਰੁਣਾ ਸੰਗਤ ਜੀ? ਕਿਉਂਕਿ ਅਸਮਾਨ ਖਾਨ ਇਹਨਾਂ ਦਾ ਬਾਬਾ ਗੁਰਦਿੱਤਾ ਜੀ ਦਾ ਬਾਲ ਸਖਾ ਹੁੰਦਾ ਹੈ। ਤੇ ਬਾਬਾ ਗੁਰਦਿੱਤਾ ਜੀ ਕਹਿੰਦੇ ਨੇ ਅਸੀਂ ਇਕੱਠੇ ਖੇਡੇ, ਅਸੀਂ ਇਕੱਠੇ ਸ਼ਸਤਰ ਵਿਦਿਆ ਦਾ ਅਸੀਂ ਅਭਿਆਸ ਕੀਤਾ, ਅਸੀਂ ਸਾਰਾ ਕੁਝ ਇਕੱਠੇ ਕੀਤਾ, ਫਿਰ ਔਰ ਇਹਨੇ ਸਾਡੇ ਹੱਥੋਂ ਹੀ ਮਰਨਾ ਸੀ। ਉਹਨਾਂ ਦੇ ਮਨ 'ਚ ਨਾ ਵਿਰਾਗ ਆ ਜਾਂਦਾ ਸੰਗਤ ਜੀ। ਜਦੋਂ ਵਿਰਾਗ ਆ ਜਾਂਦਾ ਉਹਨਾਂ ਦੇ ਮਨ ਦੇ ਵਿੱਚ ਤੇ ਉਹਨਾਂ ਨੂੰ ਯਾਦ ਆਉਂਦਾ ਹੈ, ਕਹਿੰਦੇ ਪਤਾ ਨਹੀਂ ਇਹ ਕਿਸ ਗੱਲ ਤੋਂ ਇਹ ਕੁਰਾਏ ਪੈ ਕੇ ਇਹ ਸਾਡੇ ਨਾਲ ਵੈਰੀ ਸਾਡਾ ਬਣ ਬੈਠਾ ਹੈ। ਤੇ ਉਹ ਵਿਰਾਗ ਕਰ ਰਹੇ ਹੁੰਦੇ ਨੇ। ਜਦੋਂ ਉਹ ਉਹਨਾਂ ਦੇ ਕੋਲ ਖੜੇ ਹੁੰਦੇ ਨੇ, ਵਿਰਾਗ ਕਰ ਰਹੇ ਹੁੰਦੇ ਨੇ, ਤੇ ਪਿੱਛੋਂ ਬਾਬਾ ਬਿਧੀ ਚੰਦ ਜੀ ਦੇਖ ਲੈਂਦੇ ਨੇ ਔਰ ਦੌੜ ਕੇ ਆਉਂਦੇ ਨੇ ਜਲਦੀ ਨਾਲ, ਕਿਉਂਕਿ ਸੰਗਤ ਜੀ ਜੰਗ ਚੱਲ ਰਿਹਾ ਹੁੰਦਾ ਹੈ। ਅਗਰ ਬਾਬਾ ਜੀ ਏਦਾਂ ਹੀ ਖੜੇ ਰਹਿਣ ਤੇ ਦੁਸ਼ਮਣ ਦਾ ਤੇ ਭਰੋਸਾ ਨਹੀਂ। ਤੇ ਬਿਧੀ ਚੰਦ ਜੀ ਆਂਦੇ ਨੇ, ਆ ਕੇ ਕਹਿੰਦੇ ਬਾਬਾ ਜੀ ਤੁਸੀਂ ਏਦਾਂ ਕਿਉਂ ਖੜੇ ਹੋ? ਹੈ ਤੇ ਉਹ ਉਹਨਾਂ ਨੂੰ ਕਹਿੰਦੇ ਦੇਖੋ ਨਾ ਬਿਧੀ ਚੰਦ ਜੀ, ਇਹਨੇ ਸਾਡੇ ਹੱਥੋਂ ਹੀ ਮਰਨਾ ਸੀ। ਇਹ ਤੇ ਸਾਡਾ ਬਾਲ ਸਖਾ ਸੀ। ਇਹਦੇ ਨਾਲ ਤੇ ਅਸੀਂ ਸ਼ਿਕਾਰ ਖੇਡਣ ਇਕੱਠੇ ਜਾਂਦੇ ਸੀ, ਅਸੀਂ ਤੇ ਸ਼ਸਤਰਾਂ ਦਾ ਅਭਿਆਸ ਇਕੱਠੇ ਕਰਦੇ ਸੀ, ਅਸੀਂ ਤੇ ਇਹ ਤੇ ਸਾਡਾ ਮਿੱਤਰ ਸੀ, ਅਸੀਂ ਤੇ ਇਕੱਠੇ ਖੇਡਦੇ ਹੁੰਦੇ ਸੀ। ਦੇਖੋ ਨਾ ਅੱਜ ਇਹਨੇ ਸਾਡੇ ਹੱਥੋਂ ਹੀ ਮਰਨਾ ਸੀ। ਔਰ ਵਿਰਾਗ ਆ ਗਿਆ ਮਨ 'ਚ, ਬੜਾ ਵਿਰਾਗ ਆ ਗਿਆ। ਤੇ ਬਾਬਾ ਜੀ ਉਹਨਾਂ ਨੂੰ ਸੰਭਾਲਦੇ ਨੇ, ਬਾਬਾ ਬਿਧੀ ਚੰਦ ਜੀ ਸੰਭਾਲਦੇ ਨੇ। ਬਿਧੀ ਚੰਦ ਜੀ ਕੀ ਕਹਿੰਦੇ ਬਾਬਾ ਜੀ ਤੁਸੀਂ ਏਦਾਂ ਢਿੱਲੇ ਹੋ ਕੇ ਨਾ ਖੜੇ ਹੋਵੋ, ਤੁਸੀਂ ਏਦਾਂ ਨਾ ਕਰੋ, ਇਹ ਸਮੇਂ ਇਹੋ ਜਿਹਾ ਨਹੀਂ, ਢਿੱਲੇ ਹੋ ਕੇ ਰਹਿਣ ਦਾ ਸਮੇਂ ਨਹੀਂ ਹੈ, ਦੁਸ਼ਮਣ ਦਾ ਕੋਈ ਭਰੋਸਾ ਨਹੀਂ। ਤੇ ਤੁਸੀਂ ਬਾਬਾ ਜੀ ਇਹ ਤੁਹਾਡੇ ਹੱਥੋਂ ਇਹਨੂੰ ਮੁਕਤੀ ਮਿਲੀ ਹੈ, ਇਹ ਤੁਹਾਡੇ ਹੱਥੋਂ ਇਹਨੂੰ ਮੁਕਤੀ ਮਿਲਦੀ ਹੈ, ਇਹਦੀ ਗਤੀ ਹੋਈ ਹੈ, ਇਹ ਤੁਹਾਡੇ ਤੀਰ ਦੇ ਨਾਲ ਇਹਨੂੰ ਮੁਕਤੀ ਮਿਲੀ ਹੈ ਬਾਬਾ ਜੀ, ਇਸ ਲਈ ਤੁਸੀਂ ਵਿਰਾਗ ਨਾ ਕਰੋ। ਔਰ ਫਿਰ ਦੋਨੋਂ ਗੱਲਾਂ ਕਰਦੇ ਜਾਂਦੇ ਨੇ। ਬਾਬਾ ਜੀ ਆਪਣੀਆਂ ਗੱਲਾਂ ਕਰਦੇ ਨੇ ਕਿ ਦੇਖੋ ਸਾਡਾ ਮਿੱਤਰ ਸੀ, ਸਾਨੂੰ ਉਹਦੇ ਨਾਲ ਬੜਾ ਪ੍ਰੇਮ ਸੀ ਤੇ ਸਾਨੂੰ ਅੱਛਾ ਨਹੀਂ ਲੱਗਿਆ। ਫਿਰ ਕਹਿੰਦੇ ਦੇਖੋ ਜੀ ਜੰਗ ਹੁੰਦੀ ਹੈ ਨਾ, ਉਹ ਬਿਧੀ ਚੰਦ ਜੀ ਨੂੰ ਕਹਿੰਦੇ ਬਿਧੀ ਚੰਦ ਜੀ ਜੰਗ ਦੇ ਵਿੱਚ ਇਹ ਦਇਆ, ਇਹ ਕਰੁਣਾ, ਇਹ ਤਰਸ, ਇਹ ਕਿੱਥੇ ਚਲਾ ਜਾਂਦਾ ਹੈ? ਸਾਰੇ ਇੱਕ ਦੂਜੇ ਤੋਂ ਇਹ ਭੁੱਲ ਜਾਂਦੇ ਇਹ ਸਭ ਚੀਜ਼ਾਂ। ਇਹ ਏਦਾਂ ਗੱਲਾਂ ਕਰਦੇ ਇਹ ਪਾਤਸ਼ਾਹ ਕੋਲ ਪਹੁੰਚ ਜਾਂਦੇ ਨੇ। ਤੇ ਜਦੋਂ ਪਾਤਸ਼ਾਹ ਦੇਖਦੇ ਨੇ ਕਿ ਇਹਨਾਂ ਦੀ ਸਥਿਤੀ ਨਹੀਂ ਹੈ, ਉਹ ਦੇਖ ਲੈਂਦੇ ਨੇ ਕਿ ਬਾਬਾ ਗੁਰਦਿੱਤਾ ਜੀ ਦੇ ਮਨ 'ਚ ਬੜਾ ਵਿਰਾਗ ਆ ਗਿਆ। ਤੇ ਉਹ ਫਿਰ ਕਹਿੰਦੇ ਨੇ ਆਪਣੇ ਦੋ ਸਿੱਖਾਂ ਨੂੰ, ਕਹਿੰਦੇ ਨੇ ਤੁਸੀਂ ਇਹਨਾਂ ਨੂੰ ਅੰਦਰ ਲੈ ਜਾਓ। ਕਿਉਂਕਿ ਜਦੋਂ ਸੂਰਮੇ ਦੇ ਮਨ ਦੇ ਵਿੱਚ ਵਿਰਾਗ ਆ ਜਾਂਦਾ ਹੈ ਤੇ ਫਿਰ ਸੂਰਮਾ ਜੰਗ ਨਹੀਂ ਕਰ ਪਾਉਂਦਾ। ਤੇ ਇਸ ਲਈ ਉਹ ਫਿਰ ਬਾਬਾ ਗੁਰਦਿੱਤਾ ਜੀ ਨੂੰ ਅੰਦਰ ਲੈ ਜਾਂਦੇ ਨੇ। ਔਰ ਉੱਥੇ ਉਹਨਾਂ ਨੂੰ ਇੰਨਾ ਸ਼ੌਕ ਹੁੰਦਾ ਹੈ ਕਿ ਅੰਦਰ ਜਾ ਕੇ ਬਾਬਾ ਗੁਰਦਿੱਤਾ ਜੀ
शांत होके बैठ जाते हैं, क्योंकि उन्होंने मन च शोक हुंदा है। ते संगत जी, समय हो गया है, इस तो अगली कथा असी अगली वारी करांगे। संगत जी, भुल्लां चुकां दी खिमा कर देना। आओ हुण असी मिलके असी शब्द पढ़ते हैं। अपने गुर की मन लहर जाए, अपने गुर की मन लहर जाए। अपने गुर की मन लहर जाए, ए मन नाम निधान तू पाए। ए मन नाम निधान तू पाए, अपने गुर की मन लहर जाए। अपने गुर की मन लहर जाए, ए मन नाम निधान तू पाए। ए मन नाम निधान तू पाए, अपने गुर की मन लहर जाए। पूरे गुर ते नाम पाया जाए, पूरे गुर ते नाम पाया जाए। सच्चे शब्द सच समाए, सच्चा शब्द सच समाए। मन लहर जाए, मन लहर जाए, मन लहर जाए, मन लहर जाए, अपने गुर की मन लहर जाए। गुर के शब्द विच हो मैल गवाए, गुर के शब्द विच हो मैल गवाए। निर्मल नाम बसे मन आए, निर्मल नाम बसे मन आए। मन लहर जाए, मन लहर जाए, मन लहर जाए, मन लहर जाए, अपने गुर की मन लहर जाए। पर में फूला फिर संसार, पर में फूला फिर संसार। मर जाने
मन लहर जाए, मन लहर जाए, अपने गुर की मन लहर जाए। नानक से बड़ पागी, नानक से बड़ पागी, जिन हर नाम ध्याया, जिन हर नाम ध्याया, गुर प्रसादी मन वसाया। गुर प्रसादी मन वसाया, मन लहर जाए, मन लहर जाए, मन लहर जाए, मन लहर जाए, अपने गुर की मन लहर जाए। अपने गुर की मन लहर जाए, ए मन नाम निधान तू पाए, ए मन नाम निधान तू पाए, अपने गुर की मन लहर जाए, अपने गुर की, अपने गुर की, अपने गुर की मन लहर जाए, अपने गुर की मन लहर जाए। वाहेगुरु। कितों उपजे कह रहे कह माहे समावे, जी जन सब खसम के कौन कीमत पावे, कहन त्याइन सुनन नित्य से पग सुहावे, अगम गोचर साहेबो दूसरे लवे न लावे, सच पूरे गुर उपदेसिया, नानक सुनावे। ना मैला ना धुंधला ना भगवान कच, नानक लालो लाल है, सच्चे रता सच सतनाम श्री वाहे गुरु। वाहेगुरु जी का खालसा, वाहेगुरु जी की फतेह। संगत जी अनेक भुला चुका हो गईयां होणगियां, माफ कर देना संगत जी। वाहेगुरु जी का खालसा, वाहेगुरु जी की फतेह।